ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਟੂਡੈਂਟ ਯੂਨੀਅਨ ਦੇ ਇਹਨਾਂ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਾ ਕਿ ਜਿਹੜਾ ਕੰਮ ਬਹੁਤ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਅਧਿਆਪਕ ਜਥੇਬੰਦੀਆਂ ਨੂੰ ਕਰਨਾ ਚਾਹੀਦਾ ਸੀਗਾ, ਉਹ ਮੈਂ ਕਿ ਤੁਸੀਂ ਸ਼ੁਰੂ ਕੀਤਾ ਹੈ। ਇੱਕ ਦਿਨ ਪਹਿਲਾਂ ਇੱਕ ਸੈਮੀਨਾਰ ਹੋਇਆ ਸੀ ਜਿਹਦੇ ਵਿੱਚ ਵਾਈਸ ਚਾਂਸਲਰ ਸਾਹਿਬ ਵੀ ਆਏ ਸੀ। ਉਸ ਸੈਮੀਨਾਰ ਦੇ ਵਿੱਚ ਉਹਨਾਂ ਨੇ ਇਹਦੇ ਕੁਝ ਚੰਗੀਆਂ ਗੱਲਾਂ ਵੀ ਦੱਸੀਆਂ ਸੀਗੀਆਂ ਤੇ ਇੱਕ ਤਾਂ ਮੈਨੂੰ ਇਹ ਸੀਗਾ ਕਿ ਉਹ ਚੰਗੀਆਂ ਗੱਲਾਂ ਦੁਬਾਰਾ ਉਸ ਦਿਨ ਬੋਲਣ ਦਾ ਮੌਕਾ ਨਹੀਂ ਮਿਲਿਆ। ਮੈਂ ਕਿਹਾ ਚੰਗੀਆਂ ਗੱਲਾਂ ਤੁਹਾਨੂੰ ਦੱਸ ਦਈਏ। ਤਾਂ ਉਹਨਾਂ ਨੇ ਇੱਕ ਚੰਗੀ ਗੱਲ ਇਹਦੇ ਵਿੱਚ ਇਹ ਦੱਸੀ ਸੀਗੀ ਕਿ ਇਸ ਪ੍ਰਬੰਧ ਦੇ ਵਿੱਚ ਇੱਕ ਉਹਨਾਂ ਨੇ ਸ਼ਬਦ ਵਰਤਿਆ ਕਿ ਫਲੈਕਸੀਬਲ ਐਂਟਰੀ ਹੋਇਆ ਕਰੂਗੀ, ਕਿ ਜਦੋਂ ਜਿਹਦਾ ਜੀ ਕੀਤਾ ਉਹ ਪੜ੍ਹਨ ਆ ਗਿਆ, ਜਦੋਂ ਜੀ ਕੀਤਾ ਉਹ ਨਿਕਲ ਗਿਆ। ਵੇਖਣ ਨੂੰ ਬੜਾ ਅੱਛਾ ਲੱਗਦਾ ਹੈ ਕਿ ਬਹੁਤ ਗਰੀਬ ਘਰਾਂ ਦੇ ਬੱਚੇ ਹੁੰਦੇ ਆ, ਉਹਨਾਂ ਨੂੰ ਪੜ੍ਹਨ ਨੂੰ ਜੇਬ 'ਚ ਪੈਸੇ ਨਹੀਂ ਹੁੰਦੇਗੇ ਜਾਂ ਕਿਸੇ ਘਰ ਦੀਆਂ ਮਜਬੂਰੀਆਂ ਕਾਰਨ ਉਹ ਪੜ੍ਹਾਈ ਛੱਡ ਜਾਂਦੇ ਆ, ਦੁਬਾਰਾ ਉਹ ਪੜ੍ਹਾਈ ਦੇ ਵਿੱਚ ਆ ਨਹੀਂ ਸਕਦੇ। ਤੇ ਇਸ ਨਵੇਂ ਪ੍ਰਬੰਧ ਦੇ ਵਿੱਚ ਜਦੋਂ ਜੀ ਕਰਦਾ ਉਹ ਆ ਕੇ ਪੜ੍ਹ ਸਕਿਆ ਕਰਨਗੇ, ਫਲੈਕਸੀਬਲ ਹੋਇਆ ਕਰਨਗੇ ਕੋਰਸ। ਇਹ ਉੱਥੇ ਲਿਖਿਆ ਹੈ ਖਰੜੇ ਦੇ ਵਿੱਚ, ਇਸ ਕਿਸਮ ਦੀਆਂ ਗੱਲਾਂ ਕਹੀਆਂ। ਮੈਨੂੰ ਇਹ ਕੁਝ ਇਉਂ ਪੜ੍ਹਿਆ ਗਿਆ ਕਿ ਜਦੋਂ ਤੁਹਾਡੀ ਜੇਬ ਦੇ ਵਿੱਚ ਪੈਸਾ ਹੋਇਆ ਉਦੋਂ ਆ ਜਾਇਆ ਕਰਿਆ ਜੇ, ਜਦੋਂ ਪੈਸਾ ਨਾ ਹੋਇਆ ਉਦੋਂ ਚਲੇ ਜਾਇਆ ਜੇ। ਅਸੀਂ ਜਦੋਂ ਬੀਐਡ ਕਰਦੇ ਸੀ ਸਾਡੇ ਅਧਿਆਪਕ ਸਾਨੂੰ ਇੱਕ ਗੱਲ ਸਿਖਾਉਂਦੇ ਹੁੰਦੇ ਸੀ ਕਿ ਵਿਅਕਤੀ ਦੇ ਅੰਦਰ, ਵਿਦਿਆਰਥੀ ਦੇ ਅੰਦਰ ਜੋ ਵੀ ਕੁਝ ਬੈਸਟ ਹੈਗਾ ਉਹ ਬਾਹਰ ਕੱਢਣਾ ਹੈ, ਜਿਹੜਾ ਐਜੂਕੇਸ਼ਨ ਦਾ ਮੰਤਵ ਆ। ਇਹ ਗੱਲ ਇੱਕ ਅਧਿਆਪਕ ਸਾਡੇ ਪ੍ਰੋਫੈਸਰ ਮਾਨ ਹੁੰਦੇ ਸੀ, ਰੋਜ਼ ਹੀ ਆ ਕੇ ਦੁਹਰਾਉਂਦੇ ਹੁੰਦੇ ਸੀ। ਇਹ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੁਣ ਆਈ ਹੈ, ਇਹਦਾ ਮੰਤਵ ਇਹ ਹੈ ਕਿ ਵਿਦਿਆਰਥੀ ਦੀ ਜੇਬ ਦੇ ਵਿੱਚ ਜਿੱਥੇ ਵੀ ਕਿਤੇ ਪੈਸਾ, ਉਹਦੇ ਮਾਂ ਪਿਓ ਦੀ ਜੇਬ ਦੇ ਵਿੱਚ ਪੈਸਾ ਤਾਂ ਪਹਿਲਾਂ ਕਢਵਾ ਹੀ ਲੈ ਰਹੇ ਸੀਗੇ, ਹੁਣ ਕਹਿੰਦੇ ਕਿ ਬੱਚੇ ਦੀ ਜੇਬ 'ਚ ਵੀ ਜਿਹੜਾ ਪੈਸਾ ਹੋਇਆ ਕਰੂਗਾ ਅਸੀਂ ਕਢਵਾਵਾਂਗੇ। ਤੇ ਮੈਨੂੰ ਲੱਗਿਆ ਕਿ ਉਹਦੀਆਂ ਜਿਹੜੀਆਂ ਬੈਸਟ ਪੋਸੀਬਿਲਿਟੀ ਜਾਂ ਯੋਗਤਾਵਾਂ ਉਹ ਕਢਵਾਉਣ ਦੀ ਬਜਾਏ ਇਹ ਨਵਾਂ ਸਲੋਗਨ ਆ ਜਿਹਨੂੰ ਇਹਦੇ ਨਾਲ ਕਵਰ ਕੀਤਾ ਗਿਆ ਕਿ ਫਲੈਕਸੀਬਲ ਐਂਟਰੀ ਹੋਊਗੀ, ਕਿ ਜਦੋਂ ਆ ਗਏ ਜਦੋਂ ਚਲੇ ਗਏ। ਬਹੁਤ ਵੱਡਾ ਡਾਕੂਮੈਂਟ ਆ, 400 ਕਹਿ ਲਓ ਕਿ 84 ਪੇਜ ਹੈ, ਇੱਕ ਤਰ੍ਹਾਂ ਦਾ 84 ਦੇ ਗੇੜ ਚਲ ਜਾਣ ਵਾਲਾ ਹੈ। ਜਦੋਂ ਉਹਨੂੰ ਪੜ੍ਹਦੇ ਆ ਤਾਂ ਪੜ੍ਹਦਿਆਂ ਇਹ ਕਿ ਸਾਡਾ ਤਾਂ ਕਹਿ ਲਓ ਕਿ ਉਸ ਤਰ੍ਹਾਂ ਸਿੱਧਾ ਪ੍ਰੋਫੈਸ਼ਨ ਤਾਂ ਨਹੀਂ, ਮੈਂ ਐਜੂਕੇਸ਼ਨ ਨਾਲ ਉਸ ਤਰ੍ਹਾਂ ਸੰਬੰਧ ਨਹੀਂ ਰੱਖਦਾ, ਪਰ ਫਿਰ ਵੀ ਸਾਡਾ ਤਾਂ ਧੰਦਾ ਹੈ ਕਿ ਇਹਨੂੰ ਪੜ੍ਹਿਆ। ਪਰ ਇਹ ਵਾਕਿਆ ਜਿਹੜਾ ਪੜ੍ਹਨਾ ਵੀ ਉਹ ਇੱਕ ਸਿਰ ਦਿਖਾਉਣ ਵਾਲਾ ਕੰਮ ਆ। ਉਹਦਾ ਕਾਰਨ ਕੀ ਹੈਗਾ ਕਿ ਕਾਰਨ ਇਹ ਕਿ ਜਿਹੜੇ ਬੰਦਿਆਂ ਨੂੰ ਜਿਨ੍ਹਾਂ ਨੇ ਇਹ ਤਿਆਰ ਕੀਤਾ ਉਹ ਬੰਦੇ ਹੋਰ ਨੇ, ਤੇ ਜਿਨ੍ਹਾਂ ਨੇ ਇਹ ਸਾਈਨ ਕੀਤੇ ਉਹ ਬੰਦੇ ਹੋਰ ਨੇ। ਇਹ ਸਿਰਫ ਕੁਝ ਨਾਂ ਸੀਗੇ ਜਿਹੜੇ ਸਰਕਾਰੀ ਅਦਾਰਿਆਂ ਦੇ ਵਿੱਚ ਬੈਠੇ ਸੀ, ਬੰਦੇ ਬੋਲ ਨਹੀਂ ਸਕਦੇ ਸੀ, ਉਹਨਾਂ ਤੋਂ ਸਾਈਨ ਕਰਵਾਏ ਗਏ ਆ। ਇਹ ਡਿਜ਼ਾਈਨ ਹੀ ਕਿਸੇ ਹੋਰ ਦਾ ਹੈਗਾ। ਬਹੁਤ ਵਾਰੀ ਲੱਗਦਾ ਹੈ ਕਿ ਇਹ ਬੰਦਾ ਸੀਗਾ, ਮੀਟਿੰਗਾਂ ਦੇ ਵਿੱਚ ਸੱਦ ਲਿਆ, ਉਹਨਾਂ ਨੂੰ TADA ਦੇਤੇ, ਉਹਨਾਂ ਨੂੰ ਦਿਖਾਤਾ ਇਹ, ਪਰ ਅਸਲ ਦੇ ਵਿੱਚ ਇਹਨਾਂ ਵਿੱਚੋਂ ਬਹੁਤ ਘੱਟ ਬੰਦੇ ਆ ਜਿਹੜੇ ਐਜੂਕੇਸ਼ਨ ਨਾਲ ਸੰਬੰਧਿਤ ਆ। ਤੁਸੀਂ ਜਿਹੜੇ ਮੂਹਰੇ ਲਿਸਟ ਲੱਗੀ ਵੀ ਆ ਉਹਨਾਂ ਦੇ ਬਾਇਓਡਾਟੇ ਫਰੋਲ ਲਓ ਕਿ ਉਹਨਾਂ ਦਾ ਐਜੂਕੇਸ਼ਨ ਦੇ ਵਿੱਚ ਪਹਿਲਾਂ ਕਿੰਨੀਆਂ ਕਿਤਾਬਾਂ, ਉਹਨਾਂ ਨੇ ਪਹਿਲਾਂ ਕਿੰਨੇ ਸੈਮੀਨਾਰ ਅਟੈਂਡ ਕੀਤੇ ਆ, ਉਹਨਾਂ ਨੇ ਪਹਿਲਾਂ ਐਜੂਕੇਸ਼ਨ ਬਾਰੇ ਕਿਹੜੇ ਮੰਚ ਤੇ ਕੀ ਬੋਲਿਆ। ਪਹਿਲਾਂ ਵੀ ਕਮੇਟੀਆਂ ਬਣਦੀਆਂ ਸੀ, ਸਾਨੂੰ ਪਤਾ ਸੀਗਾ ਕਿ ਜੇ ਕਠਾਰੀ ਕਮਿਸ਼ਨ ਬੈਠਾ ਤਾਂ ਉਹਦਾ ਕੀ ਬੈਕਗਰਾਉਂਡ ਆ, ਕਿਸ ਤਰ੍ਹਾਂ ਦੇ ਉਹ ਵਿਅਕਤੀ ਸੀ। ਜੇ ਮਤਲਬ ਕਿ ਕੋਈ ਡਾਕਟਰ ਜ਼ਾਕਿਰ ਹੁਸੈਨ ਨੇ ਕੁਝ ਕਿਹਾ ਤੇ ਉਹ ਕਿਸ ਬੈਕਗਰਾਉਂਡ 'ਚੋਂ ਬੰਦੇ ਸੀਗੇ, ਉਹਨਾਂ ਦੇ ਕੀ ਐਜੂਕੇਸ਼ਨਲ ਬੈਕਗਰਾਉਂਡ ਸੀਗੀ। ਹੁਣ ਵਾਲੇ ਬੰਦਿਆਂ ਦਾ ਸਾਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਵੱਡੇ ਵੱਡੇ ਸਾਇੰਸਦਾਨ ਨੇ, ਪਰ ਉਹਨਾਂ ਸਾਇੰਸਦਾਨਾਂ ਨੇ ਕਦੇ ਐਜੂਕੇਸ਼ਨ ਦੇ ਬਾਰੇ ਕਦੇ ਕੀ ਪਹਿਲਾਂ ਕਿਹਾ ਸੀਗਾ। ਉਹਨਾਂ ਦੇ ਜਿਹੜੇ ਕ੍ਰੈਡੈਂਸ਼ੀਅਲ ਆ ਉਹੀ ਹੀ ਸ਼ੱਕੀ ਨੇ। ਅਸਲ ਦੇ ਵਿੱਚ ਇਹ ਉਹੀਓ ਕੁਝ ਆ ਕਿ ਦੋ ਗੱਲਾਂ ਇਹਦੇ ਵਿੱਚ ਮਹੱਤਵਪੂਰਨ ਨੇ। ਇੱਕ ਗੱਲਾਂ ਤਾਂ ਇਹ ਮਹੱਤਵਪੂਰਨ ਨੇ ਕਿ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ 86 ਵਾਲੀ ਸੀ, ਜਿਹੜੀ ਬਾਅਦ ਦੇ ਵਿੱਚ 92 ਤੇ 96 ਦੇ ਵਿੱਚ ਜਿਹਦੇ ਵਿੱਚ ਹੋਰ ਇਜ਼ਾਫੇ ਕੀਤੇ ਗਏ, ਇਹ ਉਹਦੀ ਕੰਟੀਨਿਊਟੀ ਆ, ਜਿਹੜੀ ਕਿ ਨਹਿਰੂ ਮਾਡਲ ਤੋਂ ਜਿਹਦਾ ਪ੍ਰਗਟਾਵਾ ਕਠਾਰੀ ਕਮਿਸ਼ਨ ਦੇ ਵਿੱਚ ਸੀ ਉਹ ਤੋਂ ਬਿਲਕੁਲ ਹੀ ਉਲਟ ਹੈਗੀ ਆ। ਇਹ ਨਿੱਜੀਕਰਨ ਵੱਲ ਜਾਣ ਵਾਲੀ ਜਿਹਦੀ ਰਫ਼ਤਾਰ ਬਹੁਤ ਹਲਕੀ ਸੀਗੀ, 90 ਦੇ ਵਿੱਚ ਇੱਕ ਵਾਰੀ ਛੜੱਪਾ ਜਿਹਾ ਮਾਰਿਆ ਸੀਗਾ, ਪਰ 90 ਤੋਂ ਬਾਅਦ ਰਫ਼ਤਾਰ ਹੌਲੀ ਹੋ ਗਈ ਸੀਗੀ, ਜਿਹੜੀ ਕਿ ਬਾਅਦ ਦੇ ਵਿੱਚ 2000 ਦੇ ਵਿੱਚ ਦੁਬਾਰਾ ਇੱਕ ਵਾਰ ਫੇਰ ਰਫ਼ਤਾਰ ਪੜੀ। ਇਹ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆ, ਇਹਨੂੰ ਕਹਿੰਦੀ ਆ ਕਿ ਇਹਨੂੰ ਹੁਣ ਦੁੱਗਣੀ ਸਪੀਡ ਤੇ ਭਜਾਓ। ਆਪਣੇ ਕੋਲ ਮੈਜੋਰਟੀ ਹੈਗੀ ਆ, ਕਾਰਪੋਰੇਟ ਵਾਲੇ ਸਾਰੇ ਆਪਣੇ ਆੜੀ ਨੇ, ਤੇ ਭਾਵੇਂ ਉਹਨਾਂ ਨੇ ਯੂਨੀਵਰਸਿਟੀ ਬਣਾਈ ਹੋਵੇ ਚਾਹੇ ਨਾ ਬਣਾਈ ਹੋਵੇ, ਉਹ ਵਰਲਡ ਕਲਾਸ ਯੂਨੀਵਰਸਿਟੀ
यूनिवर्सिटी बिना बनी आऊगी, बनी आ ਇਹ ਅੰਬਾਨੀਆਂ ਤੇ ਅਡਾਨੀਆਂ ਦੀ ਜਿਹੜੀ ਯੂਨੀਵਰਸਿਟੀ ਆ ਉਹ ਬਿਨਾਂ ਯੂਨੀਵਰਸਿਟੀ ਹੋਂਦ ਵਿੱਚ ਆਏ ਹੀ ਉਹ ਜੇ ਵਰਲਡ ਕਲਾਸ ਯੂਨੀਵਰਸਿਟੀ ਬਣ ਸਕਦੀ ਹੈ। ਡਿਕਲੇਅਰ ਕੀਤੀ ਆ ਇੰਡੀਆ ਗਵਰਨਮੈਂਟ ਨੇ, ਡਿਕਲੇਅਰ ਕੀਤੀ ਆ ਕਿ ਇਹ ਵਰਲਡ ਕਲਾਸ ਯੂਨੀਵਰਸਿਟੀ ਆ ਜਿਹੜੀ ਕਿ ਹਜੇ ਉੱਥੇ ਐਡਮਿਸ਼ਨ ਵੀ ਨਹੀਂ ਹੋਏਗੀ। ਤਾਂ ਉੱਥੋਂ ਸਾਫ਼ ਜ਼ਾਹਰ ਹੈਗਾ ਕਿ ਇਹ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ, ਨਿੱਜੀਕਰਨ ਦਾ ਜਿਹੜਾ ਇਹਦੇ ਵਿੱਚ ਵੱਡਾ ਏਜੰਡਾ ਹੈਗਾ। ਦੂਜੀ ਗੱਲ ਜਿਹੜੀ ਹੈਗੀ ਆ ਭਗਵੇ ਕਰਨ ਵਾਲੀ, ਬੜੀ ਹੀ ਚਲਾਕੀ ਦੇ ਨਾਲ, ਬੜੀ ਹੀ ਤਿੱਖਪੁਣੇ ਦੇ ਨਾਲ ਉਹ ਸਾਰੇ ਕੁਝ ਨੂੰ ਲੁਕੋਇਆ ਗਿਆ। ਕਿਤੇ ਵੀ ਕੋਈ ਇਹੋ ਜਿਹਾ ਸ਼ਬਦ ਨਹੀਂ ਵਰਤਿਆ ਗਿਆ। ਪਰ ਜਿਹਨੂੰ ਕਹਿੰਦੇ ਆ ਕਿ ਜੇ ਬਿਟਵੀਨ ਦੀ ਲਾਈਨਸ ਪੜ੍ਹਨਾ ਤਾਂ ਉੱਥੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਸੰਸਕ੍ਰਿਤ ਨੂੰ बढ़ावा दिता जाऊगा। क्लासिकल लैंगुएज आ, हाँ ਉਹਨੂੰ बढ़ावा देना चाहिए, ਉਹਨੂੰ ਅੱਗੇ ਲਿਆਉਣਾ ਚਾਹੀਦਾ, ਉਹਨੂੰ ਪ੍ਰਮੋਟ ਕਰਨਾ ਚਾਹੀਦਾ। ਪਰਸ਼ੀਅਨ ਨੂੰ ਵੀ ਕੀਤਾ ਜਾਵੇਗਾ, ਹਾਂਜੀ ਪਰਸ਼ੀਅਨ ਨੂੰ ਵੀ ਕਰਨਾ ਚਾਹੀਦਾ। ਹਕੀਕਤ ਵਿੱਚ ਕੀ ਹੋਣਾ ਹੈ ਕਿ ਸਿਰਫ ਸੰਸਕ੍ਰਿਤ ਨੂੰ बढ़ावा ਦਿੱਤਾ ਜਾਊਗਾ, ਬਾਕੀ ਜਿਹੜਾ ਹੈਗਾ ਉਹ ਸਿਰਫ ਕਵਰ ਅਪ ਕੀਤਾ ਗਿਆ ਹੈ। ਇਸੇ ਤਰ੍ਹਾਂ ਜਿਹੜਾ ਕਵਰ ਅਪ ਹੈਗਾ ਕਿ ਵਾਰ-ਵਾਰ ਇਹ ਗੱਲ ਤਾਂ ਥੋੜੇ ਚਿਰ ਬਾਅਦ ਲਿਖ ਦਿੱਤੀ ਜਾਂਦੀ ਹੈ, ਇੰਨਾ ਜ਼ਿਆਦਾ ਦੁਹਰਾਓ ਆ, ਥੋੜੇ ਚਿਰ ਬਾਅਦ ਲਿਖੀ ਜਾਂਦੀ ਹੈ ਕਿ ਜਿਹੜੀ ਸਿੱਖਿਆ ਉਹ ਮਾਤ ਭਾਸ਼ਾ ਵਿੱਚ ਦੇਣੀ ਚਾਹੀਦੀ ਹੈ, ਮਾਤ ਭਾਸ਼ਾ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ। ਪਰ ਜਿਹੜਾ 3 ਲੈਂਗੁਏਜ ਫਾਰਮੂਲਾ ਉਹ ਲਾਗੂ ਹੋਊਗਾ, ਹਿੰਦੀ ਤੇ ਅੰਗਰੇਜ਼ੀ ਜ਼ਰੂਰੀ ਪੜ੍ਹੀ ਜਾਊਗੀ, ਇੱਕ ਦੂਜੀ ਹੋਊਗੀ, ਛੇਤੀ ਹੀ ਅੰਗਰੇਜ਼ੀ 'ਚ ਵੱਲ ਸ਼ਿਫਟ ਕਰ ਦਿੱਤਾ ਜਾਊਗਾ, ਮੈਥ ਤੇ ਅੰਗਰੇਜ਼ੀ ਤੇ ਜ਼ੋਰ ਦਿੱਤਾ ਜਾਊਗਾ। ਇਹ ਗੱਲਾਂ ਘੱਟੋ ਘੱਟ ਹਰ ਚੈਪਟਰ ਦੇ ਵਿੱਚ ਇੱਕ ਵਾਰੀ ਦੁਹਰਾ ਦਿੱਤੀਆਂ ਜਾਂਦੀਆਂ। ਅਸਲ ਦੇ ਵਿੱਚ ਕੀ ਹੈ ਕਿ ਮਨਸ਼ਾ ਬਸ ਇੰਨਾ ਹੀ ਆ, ਬਾਕੀ ਜਿਹੜਾ ਸਾਰਾ ਹੈਗਾ ਉਹ ਐਵੇਂ ਹੀ ਮੈਂ ਕਿ ਖਲਾਰਾ ਹੈਗਾ। ਕਈ ਵਾਰ ਤਾਂ ਇਹ ਵੀ ਲੱਗਦਾ ਹੈ ਕਿ ਕੋਈ ਪੋਰਸ਼ਨ ਲੱਗਦਾ ਕਿ ਕਿਸੇ ਬੰਦੇ ਨੇ ਲਿਖਿਆ, ਕੋਈ ਪੋਰਸ਼ਨ ਕਿਸੇ ਬੰਦੇ ਨੇ ਲਿਖਿਆ। ਠੀਕ ਹੈ, ਜਦੋਂ ਵੱਡੇ ਡਰਾਫਟ ਬਣਦੇ ਆ ਉਹ ਅੱਡ-ਅੱਡ ਪੋਰਸ਼ਨ ਅੱਡ-ਅੱਡ ਬੰਦੇ ਲਿਖਦੇ ਆ, ਪਰ ਉਹਦੇ ਇਹ ਨਹੀਂ ਹੁੰਦਾ ਕਿ ਉਹਦੇ ਵਿੱਚ ਇੱਕ ਦੂਜੇ ਨਾਲ ਕੋਈ ਤੰਦਾਂ ਨਾ ਜੁੜਦੀਆਂ ਹੋਣ, ਇੱਕ ਦੂਜੇ ਨਾਲ ਉਹਦੀ ਕੋਈ ਕੋਹਰੈਂਸ ਨਾ ਬਣਦੀ ਹੋਵੇ। ਉਹਦੀ ਕੋਈ ਕੋਹਰੈਂਸ ਨਹੀਂ ਬਣਦੀ, ਕੋਈ ਮੈਂ ਕਿ ਤੰਦਾਂ ਨਹੀਂ ਜੁੜਦੀਆਂ ਗਈਆਂ। ਉਹ ਤੇ ਐਵੇਂ ਹੀ ਵਾਧੂ ਦਾ ਜਿਹੜਾ ਕਹਿ ਸਕਦੇ ਹਾਂ ਕਿ ਇੱਕ ਜਾਲ ਬੁਣਿਆ ਹੋਇਆ। ਹੁਣ ਇਹਦੇ ਵਿੱਚ ਜਿਹੜੀ ਵੱਡੀ ਗੱਲ ਆਉਂਦੀ ਹੈਗੀ ਆ ਕਿ ਇੱਕ ਪੋਰਸ਼ਨ ਦੇ ਉੱਤੇ ਥੋੜ੍ਹਾ ਜਿਹਾ ਘੱਟ ਧਿਆਨ ਦਿੱਤਾ ਗਿਆ ਕਿ ਆਖਰ ਟੀਚਰਸ ਨਾਲ ਕੀ ਕੀਤਾ ਜਾਊਗਾ ਇਸ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ। ਇੱਕ ਵਿਦਿਆਰਥੀ ਹੁੰਦੇ, ਇੱਕ ਉਹਨਾਂ ਨੂੰ ਪੜ੍ਹਾਉਣ ਵਾਲੇ ਟੀਚਰ ਹੁੰਦੇ, ਬਾਕੀ ਇਨਫਰਾਸਟਰਕਚਰ ਹੁੰਦਾ ਹੈ। ਹੁਣ ਇਹ ਕਿ ਜਿਹੜੇ ਟੀਚਰ ਆ ਵਿਦਿਆਰਥੀਆਂ ਤੋਂ ਕਹਿ ਸਕਦੇ ਆ ਕਿ ਫੀਸਾਂ ਲੈਣੀਆਂ ਘੱਟ ਲੈਣੀਆਂ, ਨਹੀਂ ਲੈਣੀਆਂ ਜਾਂ ਜ਼ਿਆਦਾ ਲੈਣੀਆਂ। ਇੱਕ ਤਾਂ ਇਹ ਆ। ਹੁਣ ਇਹ ਕਿ ਟੀਚਰ ਨੂੰ ਤਨਖਾਹ ਘੱਟ ਦੇਣੀ ਆ, ਵਧੇਰੇ ਦੇਣੀ ਆ, ਜਾਂ ਨਹੀਂ ਦੇਣੀ, ਜਾਂ ਥੋੜ੍ਹੀ ਦੇਣੀ ਆ, ਇਹ ਮਸਲਾ ਹੈਗਾ। ਇਸ ਵੇਲੇ GDP ਦਾ 2.7% ਦੱਸ ਕੇ ਗਏ ਪੁਰੀ ਸਾਹਿਬ ਕਿ 2.7 ਖਰਚ ਰਹੇ, ਕਹਿੰਦੇ 6% ਕਰਨਾ ਹੈ। ਕਠਾਰੀ ਕਮਿਸ਼ਨ ਦੀ ਵੀ ਇਹੀ ਰਿਪੋਰਟ ਸੀਗੀ, ਉਦੋਂ ਵੀ ਕਹਿੰਦੇ ਕਿ 6% ਕਰਨਾ ਹੈ। 6% ਹੁਣ ਤੱਕ ਨਹੀਂ ਕਰ ਸਕੇ ਤੇ ਹੁਣ 6% ਅਸੀਂ ਕਰ ਦਿਆਂਗੇ। ਕਿੰਨੇ ਚਿਰ 'ਚ ਕਰ ਦਿਆਂਗੇ? ਇਹ ਉਸੇ ਤਰ੍ਹਾਂ ਹੀ ਆ ਕਿ ਜਦੋਂ ਸਾਡੇ ਨੇਤਾ ਇਹ ਕਹਿ ਦਿੰਦੇ ਆ ਕਿ ਜੋ ਗੱਲਾਂ ਅਸੀਂ ਕਹੀਆਂ ਸੀ ਉਹ ਜੁਮਲਾ ਹੈ, ਤਾਂ ਫਿਰ ਜੋ ਕੁਝ ਇਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਲਿਖਿਆ ਹੋਇਆ ਇਹ ਵੀ ਇੱਕ ਦਿਨ ਕਿਉਂ ਨਹੀਂ ਕਹਿ ਦੇਣਗੇ ਕਿ ਇਹ ਵੀ ਭਾਈ ਜੁਮਲਾ ਸੀ? ਕੀ ਕਰ ਲਾਂਗੇ ਵੈਸੇ? ਤਾਂ ਇਹ ਵੀ ਜੁਮਲਾ ਹੀ ਸਾਬਤ ਹੋਣਾ ਹੈ। ਜਿਹੜੀ ਫੈਸਲਾ ਨੇ ਗੱਲ ਕੀਤੀ ਕਿ ਪੁਰੀ ਸਾਹਿਬ ਨੇ ਕਿ ਉਹਨਾਂ ਨੇ ਕਿਹਾ ਕਿ ਬਾਰ-ਬਾਰ ਜ਼ਿਕਰ ਕੀਤਾ ਹੈ ਕਿ ਆਹ ਅਨੁਮਾਨ ਸਾਡਾ ਕਹਿੰਦਾ ਹੈ ਕਿ ਇਹ 5 ਟ੍ਰਿਲੀਅਨ ਦੀ ਇਕਨੋਮੀ ਹੋ ਜਾਂਦੀ ਆ। ਇਹ ਜਿਹੜੀ ਰਿਪੋਰਟ ਆ ਇਹ ਕਹਿ ਰਹੀ ਹੈ ਕਿ ਸਾਡੀ ਹੁਣ ਨਾਲੋਂ ਇਕਨੋਮੀ ਆ ਜਿਹੜੀ ਉਹ 5 ਸਾਲਾਂ ਦੇ ਵਿੱਚ ਦੁੱਗਣੀ ਹੋ ਜਾਣੀ ਹੈ। ਉਹ ਸਾਰਾ ਕੁਝ ਕੀ ਹੈਗਾ ਕਿ ਉਹਦੇ ਆਧਾਰ ਤੇ ਇਹ ਕਿਹਾ ਜਾਂਦਾ ਹੈ ਕਿ ਅਸੀਂ 10 ਤੋਂ 20% ਲੈ ਜਾਵਾਂਗੇ। ਜਿਹੜੀ ਸਰਕਾਰ ਦਾ ਐਕਸਪੈਂਡੀਚਰ ਆ ਉਹ 10 ਤੋਂ 20% ਲੈ ਜਾਵਾਂਗੇ। ਇਹ ਕਿਤੇ 10 ਤੋਂ 20% ਨਹੀਂ ਹੋਣ ਲੱਗਿਆ, ਕਿਤੇ 2.7 ਤੋਂ ਵੱਧ 3 ਹੋ ਜਾਊਗਾ, ਕਿਤੇ 6 ਨਹੀਂ ਹੋਣ ਲੱਗਿਆ। ਹੁਣ ਇਹ ਹੈ ਕਿ ਫਿਰ ਟੀਚਰਾਂ ਨੂੰ ਤਨਖਾਹਾਂ ਕਿੱਥੋਂ ਦਿੱਤੀਆਂ ਜਾਣਗੀਆਂ? ਇੱਕ ਉਹਦੇ ਸ਼ਬਦ ਆ ਬੜਾ ਚੰਗਾ ਲੱਗਦਾ ਹੈ, ਖਾਸ ਕਰਕੇ ਜਿਹੜੇ ਕੰਟਰੈਕਟ ਦੇ ਅਧਿਆਪਕ ਆ ਤੇ ਜਿਹੜੇ ਤੁਹਾਡੇ ਵਿੱਚੋਂ ਕੱਲ੍ਹ ਨੂੰ ਅਧਿਆਪਕ ਬਣਨ ਦੇ ਚਾਹਵਾਨ ਨੇ ਤੇ ਉਹਨੂੰ ਲੱਗਦਾ ਕਿ ਕੰਟਰੈਕਟ ਵਾਲੇ ਅਧਿਆਪਕਾਂ ਦੀ ਹਾਲਤ ਬਹੁਤ ਬੁਰੀ ਹੁੰਦੀ ਹੈ। ਤੇ ਉਹਦੇ ਵਿੱਚ ਲਿਖਿਆ ਕਿ ਕੰਟਰੈਕਟ ਜਿਹੜਾ ਹੈਗਾ ਸਿਸਟਮ ਉਹਨੂੰ ਖਤਮ ਕੀਤਾ ਜਾਊਗਾ ਤੇ ਅਸੀਂ ਰੈਗੂਲਰ ਭਰਤੀ ਕਰਾਂਗੇ। ਲੱਗਦਾ ਬੜਾ ਅੱਛਾ। ਉਹ ਹੋਇਆ ਕਿ ਜਿਸ ਤਰ੍ਹਾਂ ਸਾਡੇ ਕੋਲ ਕੀ ਹੈ ਕਿ ਸਾਡੇ ਕੋਲ ਤਜਰਬਾ ਜਿਹੜਾ ਉਹ ਪੰਜਾਬ ਦਾ ਹੈ ਕਿ ਪੰਜਾਬ ਦੇ ਵਿੱਚ ਕੀ ਕੀਤਾ ਕਿ ਪਹਿਲਾਂ ਮੈਂ ਕਿ ਗ੍ਰਾਂਟ ਐਂਡ ਏਡ ਪੋਸਟਾਂ ਹੁੰਦੀਆਂ ਸੀ ਪ੍ਰਾਈਵੇਟ ਕਾਲਜਾਂ ਦੇ ਵਿੱਚ, ਉਹਨਾਂ ਨੂੰ ਬਰੋਬਰੀ ਤਨਖਾਹ ਮਿਲਦੀ ਸੀ ਜਿੰਨੀ ਸਰਕਾਰੀ ਅਧਿਆਪਕ ਨੂੰ ਮਿਲਦੀ ਸੀ। ਸਰਕਾਰੀ ਅਧਿਆਪਕ ਨੂੰ ਤਾਂ ਪੂਰੀ ਮਿਲਦੀ ਸੀ, ਪਰ ਜਦੋਂ ਸਰਕਾਰੀ ਅਧਿਆਪਕਾਂ ਦੀ ਭਰਤੀ ਨਹੀਂ ਹੁੰਦੀ ਸੀਗੀ ਤਾਂ ਉਹਦੇ ਲਈ ਅਡਹਾਕ ਟੀਚਰ ਰੱਖਿਆ ਜਾਂਦਾ ਸੀ। ਅਡਹਾਕ ਟੀਚਰ ਦਾ ਮੰਤਵ ਇਹ ਹੁੰਦਾ ਸੀ ਕਿ ਸਿਰਫ ਉਹ ਇੱਕ ਸੈਸ਼ਨ ਲਈ ਪੜ੍ਹਾਵੇਗਾ ਪਰ ਤਨਖਾਹ ਉਹਨੂੰ ਪੂਰੀ ਮਿਲੂਗੀ। ਉਹ
ਅੜਹਾਕ ਆ ਜਿਹੜੇ ਉਹਨਾਂ ਨੇ ਕੇਸ ਕਰ ਦਿੱਤਾ, ਉਹ ਕੇਸ ਜਿੱਤੇ। ਉਸ ਤੋਂ ਬਾਅਦ ਗੌਰਮੈਂਟ ਕਹਿੰਦੀ ਕਿ ਹੁਣ ਅੜਹਾਕ ਟੀਚਰ ਨਹੀਂ ਰੱਖਿਆ ਜਾਇਆ ਕਰੂਗਾ, ਹੁਣ ਮੈਂ ਕਿ ਇਹਦੀ ਥਾਂ ਤੇ ਅਸੀਂ ਟੈਂਪਰੇਰੀ ਟੀਚਰ ਰੱਖਾਂਗੇ। ਅੜਹਾਕ ਦੀ ਥਾਂ ਤੇ ਸ਼ਬਦ ਟੈਂਪਰੇਰੀ ਕਰ ਲਿਆ। ਟੈਂਪਰੇਰੀ ਤੋਂ ਬਾਅਦ ਫਿਰ ਲੱਗਿਆ ਕਿ ਨਹੀਂ, ਟੈਂਪਰੇਰੀ ਵਾਲੇ ਵੀ ਜਿਹੜੇ ਆ ਉਹ ਰੌਲਾ ਪਾਉਂਦੇ ਆ, ਤੰਗ ਕਰਦੇ ਆ, ਤੇ ਉਹ ਕਹਿੰਦੇ ਕਿ ਅਸੀਂ ਤਾਂ ਰੱਖਾਂਗੇ ਪਾਰਟ ਟਾਈਮ ਟੀਚਰ ਰੱਖਾਂਗੇ। ਪਾਰਟ ਟਾਈਮ ਟੀਚਰ ਰੱਖ ਲਏ, ਉਹਨਾਂ ਦੀ ਤਨਖਾਹ ਘਟਾ ਦਿੱਤੀ, ਉਹ ਵੀ ਕੋਰਟ 'ਚ ਚਲੇ ਗਏ। ਉਸ ਤੋਂ ਬਾਅਦ ਕਹਿੰਦੇ ਕਿ ਪਾਰਟ ਟਾਈਮ ਟੀਚਰ ਨਹੀਂ, ਹੁਣ ਇਹਨਾਂ ਦਾ ਨਾਂ ਰੱਖਾਂਗੇ। ਹੁਣ ਇਹ ਭਾਈ ਹੋਇਆ ਕਰਨਗੇ ਗੈਸਟ ਫੈਕਲਟੀ ਵਾਲੇ। ਗੈਸਟ ਫੈਕਲਟੀ ਹੁਣ ਕੋਰਟ ਆ ਜਿਹੜੀ ਉਹ ਕਹਿੰਦੀ ਆ ਕਿ ਪਾਰਟ ਟਾਈਮ ਟੀਚਰ ਨਾਲ ਆ ਕਰੋ, ਜਾਂ ਜਿਹੜੇ ਹੈਗੇ ਆ ਅੜਹਾਕ ਉਹਨਾਂ ਨਾਲ ਇਹ ਕਰੋ, ਤਾਂ ਉਹ ਕਹਿੰਦੇ ਅਸੀਂ ਨਾਂ ਬਦਲ ਲੈਂਦੇ ਆ। ਇਹ ਭਾਈ ਹੋਰ ਬੰਦੇ ਆ, ਇਹ ਨਿਯਮ ਤਾਂ ਇਹਦੇ ਨਾਲ ਤੇ ਨਹੀਂ ਲਾਗੂ ਹੁੰਦਾ। ਇਹ ਤਾਂ ਹੁਣ ਇਹ ਕਿ ਵੀ ਗੈਸਟ ਫੈਕਲਟੀ ਵਾਲੇ ਵੀ ਕਾਫੀ ਹੋ ਗਏ, ਸੰਗਠਿਤ ਹੋਏ, ਉਹਨਾਂ ਨੇ ਰੌਲਾ ਪਾਇਆ ਕਿ ਹਾਂ ਸਾਨੂੰ ਪੈਸੇ ਦਿਓ। ਹੁਣ ਕਹਿੰਦੇ ਅਸੀਂ ਤਾਂ ਪੀਰੀਅਡ ਬੇਸ ਡੇਲੀ ਤੇ ਰੋਜ਼ ਦੀ ਰੋਜ਼ ਗੱਲ ਕਰਿਆ ਕਰਾਂਗੇ ਤੁਹਾਡੇ ਨਾਲ ਕਿ ਅੱਜ ਜਾ ਕੇ ਪੜ੍ਹਾ ਜਾਓ ਤੇ ਆ ਲੈ ਜਾਓ ਪੈਸੇ। ਪਹਿਲਾਂ ਉਨੀ ਤਨਖਾਹ ਮਿਲਦੀ ਸੀ ਜਿੰਨੀ ਰੈਗੂਲਰ ਨੂੰ ਮਿਲਦੀ ਸੀ। ਫਿਰ ਕੀ ਹੋ ਗਿਆ ਕਿ ਬੇਸਿਕ ਤੇ ਆ ਗਏ, ਤੇ ਬੇਸਿਕ ਤੋਂ ਬਾਅਦ ਫਿਰ ਕੀ ਹੋ ਗਿਆ ਕਿ ਅੱਧੀ ਤਨਖਾਹ ਤੇ ਆ ਗਏ, ਤੇ ਬੇਸਿਕ ਦੀ ਅੱਧੀ ਤੇ ਬੇਸਿਕ ਦੀ ਅੱਧੀ ਤੋਂ ਬਾਅਦ ਹੁਣ ਕੀ ਹੋ ਗਿਆ ਕਿ ਭਾਈ ਪੀਰੀਅਡ ਪੜ੍ਹਾਓ ਤੇ ਆਪਦੇ ਪੈਸੇ ਭਾਵੇਂ ਸ਼ਾਮ ਨੂੰ ਲੈ ਜਾਓ। ਇਹ ਜਿਹੜਾ ਉਹਦੇ ਵਿੱਚ ਲਿਖਿਆ ਜਿਹੜਾ ਸ਼ਬਦ ਕਿ ਕੰਟਰੈਕਟ ਖਤਮ ਕਰਾਂਗੇ, ਉਹਦੀ ਥਾਂ ਤੇ ਕੀ ਲੈ ਕੇ ਆਉਣਗੇ, ਉਹ ਉਦੋਂ ਮਾੜਾ ਲੈ ਕੇ ਆਉਣਗੇ। ਉਹਦੇ ਵਿੱਚ ਕਿਹਾ ਕਿ ਰਿਕਰੂਟ ਕਰਨ ਲਈ, ਟੀਚਰਸ ਨੂੰ ਖਿੱਚਣ ਲਈ, ਮੈਂ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬਹੁਤ ਵਧੀਆ ਪੜ੍ਹਨ ਲਿਖਣ ਵਾਲੇ, ਡੈਡੀਕੇਟਡ ਲੱਗਣ ਵਾਲੇ, ਤੇ ਬਹੁਤ ਹੀ ਜਿਹੜੇ ਅੱਛੇ ਟੀਚਰ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਆਪਦੇ ਇਸ ਪ੍ਰੋਫੈਸ਼ਨ ਲਾ ਲਈ ਹੋਵੇ, ਅਸੀਂ ਉਹਨਾਂ ਨੂੰ ਲਿਆਉਣਾ ਚਾਹੁੰਦੇ ਹਾਂ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ। ਤੇ ਕਰਾਂਗੇ ਕੀ ਕਿ ਅਸੀਂ ਉਹਨਾਂ ਦੀ ਸਿਲੈਕਸ਼ਨ ਕੌਣ ਕਰੂਗਾ? ਸਿਲੈਕਸ਼ਨ ਕਰੂਗਾ ਬੋਰਡ। ਤੇ ਬੋਰਡ ਕਿਹਨਾਂ ਦਾ ਹੋਊਗਾ? ਸਥਾਨਕ ਬੋਰਡ। ਕਿਹਨਾਂ ਦਾ ਹੋਊਗਾ? ਉਹ ਹੋਇਆ ਕਰੂਗਾ ਬੋਰਡ ਜਿਹੜਾ ਉਸ ਸਕੂਲ ਜਾਂ ਕਾਲਜ ਨੂੰ ਚਲਾ ਰਿਹਾ, ਉਹਨਾਂ ਦਾ ਬੋਰਡ ਹੋਇਆ ਕਰੂਗਾ, ਉਹ ਰੱਖਿਆ ਕਰੂਗਾ। ਤੇ ਫਿਰ ਉਹ ਰੱਖਿਆ ਉਹਨਾਂ ਨੂੰ ਕਰੂਗਾ, ਹਾਲ ਦੀ ਘੜੀ ਉਹਨਾਂ ਨੂੰ ਰੱਖਿਆ ਕਰੂਗਾ ਟੈਨਿਓਰ। ਕੰਟਰੈਕਟ ਦੀ ਥਾਂ ਤੇ ਸ਼ਬਦ ਵਰਤਿਆ ਉਹਨਾਂ ਨੇ, ਟੈਨਿਓਰ ਲਈ ਰੱਖਿਆ ਕਰੂਗਾ। ਕਿੰਨੀ ਟੈਨਿਓਰ ਲਈ? ਬਈ ਟੈਨਿਓਰ ਲਈ ਰੱਖ ਤਾਂ ਲਿਆ। ਹੁਣ ਇਹ ਕਿ ਵੀ ਟੀਚਰ ਆ ਜਿਹੜਾ ਉਹ ਚੰਗਾ ਨਹੀਂ, ਇਸ ਕਰਕੇ ਹੋ ਸਕਦਾ ਅਸੀਂ ਉਹਨੂੰ ਕੱਢ ਦਈਏ, ਹੋ ਸਕਦਾ ਉਹਦੀ ਤਨਖਾਹ ਕਦੇ ਵੀ ਨਾ ਵਧਾਈਏ, ਹੋ ਸਕਦਾ ਉਹਦੀ ਤਨਖਾਹ ਵਧਾ ਦਈਏ। ਤੇ ਹੁਣ ਜਿਨ੍ਹਾਂ ਨੇ ਕਦੇ ਕਿਸੇ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਨੌਕਰੀ ਕੀਤੀ ਆ, ਉਹਨਾਂ ਨੂੰ ਪਤਾ ਹੈ ਕਿ ਜਿਹੜਾ ਬੌਸ ਆ, ਜਿਹੜਾ ਮਾਲਕ ਆ, ਉਹ ਕਿਹਦੀ ਤਨਖਾਹ ਵਧਾਉਂਦਾ ਤੇ ਕਿਹਦੀ ਘਟਾਉਂਦਾ। ਜਿਹੜੇ ਐਫੀਸ਼ੀਐਂਟ ਹੋਣਗੇ ਟੀਚਰ, ਉਹਨਾਂ ਦੀ ਤਨਖਾਹ ਵਧਿਆ ਹੋਊਗੀ, ਤੇ ਐਫੀਸ਼ੀਐਂਟ ਨੂੰ ਜਿਹੜੇ ਉਹਨਾਂ ਦੇ ਕਲੀਗ ਆ ਉਹ ਚਮਚੇ ਕਹਿੰਦੇ ਹੁੰਦੇ ਆ। ਇਹ ਸਿਸਟਮ ਆ ਉਹਦੇ ਵਿੱਚ ਟੀਚਰ ਰਿਕਰੂਟਮੈਂਟ ਦਾ ਰੱਖਿਆ ਗਿਆ ਹੈਗਾ, ਜਿਹਨੂੰ ਮਤਲਬ ਕਿ ਇਹ ਕਿਹਾ ਗਿਆ ਕਿ ਬੜਾ ਫਲੈਕਸੀਬਲ ਹੋਊਗਾ ਤੇ ਬੜਾ ਅੱਛਾ ਹੋਊਗਾ। ਉਹਦੇ ਵਿੱਚ ਇੱਕ ਜਿਹੜੀ ਗੱਲ ਹੈਗੀ ਮਹੱਤਵਪੂਰਨ ਕਿ ਪੈਸਾ ਅਕਸਰ ਆਊਗਾ ਕਿੱਥੋਂ, ਕਿ ਸਰਕਾਰੀ ਇੰਸਟੀਚਿਊਟਸ ਆ ਜਿਹੜੇ, ਉਹ ਤਾਂ ਸਰਕਾਰੀ ਇੰਸਟੀਚਿਊਟਸ ਉਹ ਕਹਿੰਦੇ, ਉਹ ਦੱਸ ਦਿੱਤਾ ਪ੍ਰੋਫੈਸਰ ਨੇ ਬਹੁਤ ਡਿਟੇਲ ਦੇ ਵਿੱਚ ਕਿ 3 ਤਰ੍ਹਾਂ ਦੇ ਇੰਸਟੀਚਿਊਟ ਹੋਣਗੇ। ਵੱਡੀਆਂ ਯੂਨੀਵਰਸਿਟੀਆਂ ਹੋਣਗੀਆਂ 25,000 ਸਟੂਡੈਂਟ ਵਾਲੀਆਂ, ਤੇ ਜਿਨ੍ਹਾਂ ਦੇ ਵਿੱਚ ਰਿਸਰਚ ਤੇ ਟੀਚਿੰਗ ਦੋਵੇਂ ਕਰਾਈ ਜਾਊਗੀ। ਇੱਕ 25,000 ਵਾਲੀਆਂ ਹੀ ਹੋਰ ਯੂਨੀਵਰਸਿਟੀਆਂ ਹੋਣਗੀਆਂ, ਪਰ ਟੀਚਿੰਗ ਤੇ ਜ਼ਿਆਦਾ ਜ਼ੋਰ ਦੇਣਗੇ, ਰਿਸਰਚ ਤੇ ਘੱਟ, ਤੇ ਬਾਕੀ ਸਾਰੇ ਆਟੋਨੋਮਸ ਕਾਲਜ ਹੋਣਗੇ। ਹੁਣ ਇਹ ਜਿਹੜਾ ਆਟੋਨੋਮਸ ਕਾਲਜ ਦਾ ਕੰਸੈਪਟ ਆ, ਇਹਨੂੰ ਮਾੜਾ ਜਿਹਾ ਸਮਝਣ ਦੀ ਜ਼ਰੂਰਤ ਆ ਕਿ ਇਸ ਵੇਲੇ ਕੀ ਸਥਿਤੀ ਹੈਗੀ। ਕਾਲਜ ਆ ਜਿਹੜੇ ਸਾਡੇ ਕੋਲੇ 2 ਤਰ੍ਹਾਂ ਦੇ ਆ, ਇੱਕ ਕੰਸਟੀਟਿਊਂਟ ਕਾਲਜਾਂ ਨੂੰ ਲਾ ਲਓ ਤਾਂ ਯੂਨੀਵਰਸਿਟੀ ਕਾਲਜ ਹੀ ਆ ਜਾਂ ਗੌਰਮੈਂਟ ਕਾਲਜ। ਇੱਕ ਗੌਰਮੈਂਟ ਕਾਲਜ ਤੇ ਇੱਕ ਪ੍ਰਾਈਵੇਟ ਕਾਲਜ। ਪ੍ਰਾਈਵੇਟ ਕਾਲਜ ਆ ਜਿਹੜੇ ਉਹ 2 ਤਰ੍ਹਾਂ ਦੇ ਨੇ। ਇੱਕ ਪ੍ਰਾਈਵੇਟ ਕਾਲਜ ਉਹ ਆ ਜਿਹੜੇ ਕਾਲਜ ਸੰਸਥਾਵਾਂ ਦੇ ਕਾਲਜ ਨੇ, ਕਿਸੇ ਸਮੇਂ ਆਪਣੇ ਇਲਾਕੇ ਨੂੰ ਐਜੂਕੇਸ਼ਨ ਦੇਣ ਲਈ ਇਲਾਕੇ ਦੇ ਲੋਕਾਂ ਨੇ ਰਲ ਕੇ ਸੰਸਥਾਵਾਂ ਬਣਾਈਆਂ, ਚਾਹੇ ਉਹ ਸਨਾਤਨ ਧਰਮ ਕਾਲਜ ਹੋਣ, ਚਾਹੇ ਉਹ DAV ਕਾਲਜ ਹੋਣ, ਚਾਹੇ ਉਹ ਖਾਲਸਾ ਕਾਲਜ ਹੋਣ, ਚਾਹੇ ਜਿਵੇਂ ਫੈਸਲ ਸਾਹਿਬ ਕਹਿੰਦੇ ਸੀਗੇ ਕਿ ਡੇਰਿਆਂ ਦੇ ਸਾਧਾਂ ਸੰਤਾਂ ਦੇ ਕਾਲਜ ਹੋਣ। ਉਹ ਕਾਲਜਾਂ ਨੂੰ ਚਲਾਉਣ ਵਾਲੇ ਇਲਾਕੇ ਦੇ ਮੋਹਤਬਾਰ ਬੰਦੇ ਹੁੰਦੇ ਸੀ। ਉਹ 'ਚ ਸਰਪੰਚ ਵੀ ਹੁੰਦੇ ਸੀ, ਉਹਦੇ 'ਚ ਪੁਰਾਣੇ ਬਜ਼ੁਰਗ ਵੀ ਹੁੰਦੇ ਸੀ, ਉਹਨਾਂ 'ਚ ਰਿਟਾਇਰਡ ਮਾਸਟਰ ਵੀ ਹੁੰਦੇ ਸੀ, ਉਹਨਾਂ 'ਚ ਮਹੰਤ ਵੀ ਹੁੰਦੇ ਸੀਗੇ। ਉਹ ਸਾਰੇ ਰਲ ਕੇ ਚਲਾਉਂਦੇ ਸੀ। ਉਹਨਾਂ ਦਾ ਮੰਤਵ ਉਹਦੇ ਵਿੱਚੋਂ ਪ੍ਰੋਫਿਟ ਕੱਢਣਾ ਨਹੀਂ ਹੁੰਦਾ ਸੀ।
ਉਹਨਾਂ ਦਾ ਮੰਤਵ ਉਹ ਸਿੱਖਿਆ ਦੇਣੀ ਸੀ, ਜਿਨ੍ਹਾਂ ਦੀ ਉਹ ਤਾਰੀਫ ਕਰਕੇ ਗਏ ਫਾਦਰ ਸਾਹਿਬ। ਉਹਦੇ ਉਲਟ ਜਿਹੜੇ ਹੁਣ ਕਾਲਜ ਬਹੁਗਿਣਤੀ 'ਚ ਕਾਲਜ ਨੇ, ਉਹ ਕਾਲਜ ਵਿਅਕਤੀਆਂ ਦੇ ਕਾਲਜ ਨੇ। ਤੇ ਉਹ ਜਿਹੜੇ ਵਿਅਕਤੀਆਂ ਦੇ ਕਾਲਜ ਆ, ਉਹ ਕਾਹਦੇ ਲਈ ਕਾਲਜ ਖੋਲ੍ਹਦੇ ਨੇ? ਉਹ ਕਾਲਜ ਖੋਲ੍ਹਦੇ ਨੇ ਮੁਨਾਫਾ ਕਮਾਉਣ ਲਈ। ਇਹ ਕਹਿੰਦੇ ਕਿ ਅਸੀਂ ਉਹਨਾਂ ਬੰਦਿਆਂ ਨੂੰ ਕਹਾਂਗੇ ਕਿ ਭਾਈ ਤੁਸੀਂ ਆ ਕੇ, ਦਾਨੀ ਲੋਕੋ ਆ ਕੇ ਕਾਲਜ ਖੋਲ੍ਹੋ। ਤੇ ਦਾਨੀ ਲੋਕ ਕਾਲਜ ਆ ਕੇ ਖੋਲ੍ਹਣਗੇ, ਤੁਹਾਨੂੰ ਲੱਗਦਾ ਕਿ ਕੋਈ ਸੰਭਾਵਨਾ ਲੱਗਦੀ ਹੈ ਕਿ ਪੰਜਾਬ ਦੇ ਵਿੱਚ ਦਾਨੀ ਲੋਕ ਕਾਲਜ ਖੋਲ੍ਹਣਗੇ? ਮਾੜਾ ਜਿਹਾ ਜਿਹੜੇ ਕਾਲਜ ਪਹਿਲਾਂ ਚੱਲ ਰਹੇ ਆ ਦਾਨੀ ਲੋਕਾਂ ਵੱਲੋਂ, ਉਹਨਾਂ ਦੇ ਕਾਲਜਾਂ ਦੀ ਹਾਲਤ ਤਾਂ ਤੁਸੀਂ ਵੇਖੀ ਕਿ ਜਦੋਂ ਸਰਕਾਰ ਨੇ ਉਹਨਾਂ ਦੀ ਗ੍ਰਾਂਟ ਐਂਡ ਏਡ ਖਤਮ ਕਰਤੀ ਜਾਂ ਪੜਾਵਾਰ ਖਤਮ ਕਰ ਰਹੇ ਆ, ਉਹ ਤਾਂ ਕਾਲਜ ਚੱਲ ਨਹੀਂ ਰਹੇਗੇ। ਤੇ ਨਵੇਂ ਇੰਨੇ ਕਿੰਨੇ ਕੁ ਵਿਅਕਤੀ ਹੋਣਗੇ ਕਿ ਜਿਹੜੇ ਐ ਦਾਨ ਨਾਲ ਕਾਲਜ ਚਲਾਉਣਗੇ? ਕਾਲਜ ਇਸ ਵੇਲੇ ਕੌਣ ਚਲਾ ਰਿਹਾ? ਕਿ ਜਿਹੜੇ ਬੰਦਿਆਂ ਨੇ ਇਹਦੇ ਚੋਂ ਪ੍ਰੋਫਿਟ ਕੱਢਣਾ। ਜਦੋਂ ਨਿਊ ਐਜੂਕੇਸ਼ਨ ਪਾਲਿਸੀ ਆਈ, ਇੱਕ ਸਾਡਾ ਮਿੱਤਰ ਕਾਲਜ ਚਲਾਉਂਦਾ, ਮੈਂ ਉਹਨੂੰ ਆਖਿਆ, ਮੈਂ ਆਖਿਆ ਬਈ ਇਹ ਹੁਣ ਤਾਂ ਪ੍ਰੋਫਿਟ ਤੋਂ ਬਗੈਰ ਚਲਾਉਣਾ ਹੈ, ਪੈਣਾ ਤੈਨੂੰ ਕਾਲਜ। ਮੈਨੂੰ ਕਹਿੰਦਾ ਬਿਲਕੁਲ ਨਹੀਂ। ਮੈਂ ਕਿਹਾ ਕਿਉਂ? ਮੈਂ ਕੁਛ ਦੇਰ ਪ੍ਰਬੰਧਕੀ ਕੰਮ ਦੇ ਵਿੱਚ ਡੀਨ ਕਾਲਜ ਰਿਹਾ, ਤੇ ਮੈਨੂੰ ਕਹਿੰਦੇ ਵੀ ਜਿਹੜੀ ਹੁਣ ਸਾਡੀ ਸੁਸਾਇਟੀ ਰਜਿਸਟਰਡ ਹੁੰਦੀ ਆ, ਉਹਦੇ ਸੰਵਿਧਾਨ ਦੇ ਵਿੱਚ ਇੱਕ ਲਾਈਨ ਪੜ੍ਹੀ ਹੈ। ਮੈਂ ਕਿਹਾ ਕੀ ਲਾਈਨ? ਕਿ ਇਹ ਜਿਹੜੀ ਸਾਡੀ ਸੰਸਥਾ ਹੈ, ਇਹ ਨੋ ਪ੍ਰੋਫਿਟ ਨੋ ਬੇਸ ਤੇ ਚੱਲੇਗੀ। ਕਹਿੰਦੇ ਹੁਣ ਵੀ ਤਾਂ ਅਸੀਂ ਨੋ ਪ੍ਰੋਫਿਟ ਬੇਸ ਤੇ ਹੀ ਚਲਾ ਰਹੇ ਹਾਂ। ਮੈਂ ਕਿਹਾ ਤੁਸੀਂ ਤਾਂ ਬੜੇ ਮਹਾਨ ਆ, ਨੋ ਪ੍ਰੋਫਿਟ ਨੋ ਬੇਸ ਤੇ ਆ। ਜਦੋਂ ਹੀ ਅਸੀਂ ਕਹਿੰਦੇ ਆ ਕਿ ਟੀਚਰ ਰੱਖੋ, ਤੁਸੀਂ ਕਹਿੰਦੇ ਕਿ ਸਾਨੂੰ ਘਾਟਾ ਪੈਂਦਾ। ਉਹ ਫਿਰ ਤੁਹਾਨੂੰ ਘਾਟਾ ਕਿਹੜਾ ਪੈਂਦਾ? ਉਹ ਕਹਿੰਦੇ ਘਾਟਾ ਤਾਂ ਪੈਂਦਾ ਹੀ ਆ ਜਦੋਂ ਮੈਂ ਕਿ ਸਾਨੂੰ ਟੀਚਰਾਂ ਨੂੰ ਪੂਰੀ ਤਨਖਾਹ ਦੇਣੀ ਪੈਂਦੀ ਹੈ। ਇਹਦਾ ਮਤਲਬ ਕੀ ਆ ਕਿ ਨਿਯਮ ਹੋਰ ਨੇ, ਗਰਾਊਂਡ ਲੈਵਲ ਤੇ ਨਿਯਮ ਇਹ ਤਾਂ ਪਹਿਲਾਂ ਵੀ ਲਾਗੂ ਹੀ ਆ ਕਿ ਬਈ ਜਿਹੜੀ ਕੋਈ ਸੰਸਥਾ ਚਲਾਉਂਦੀ ਹੈ, ਜਿਹਨੇ ਕਾਲਜ ਚਲਾਉਣਾ, ਨੋ ਪ੍ਰੋਫਿਟ ਨੋ ਲਾਸ ਬੇਸ ਤੇ ਚਲਾਵੇ, ਤਾਂ ਉਹ ਤਾਂ ਕਹਿੰਦੇ ਕਿ ਭਾਈ ਘਾਟਾ ਤਾਂ ਅਸੀਂ ਸਹਿਣਾ ਨਹੀਂ। ਉਹ ਕਹਿੰਦੇ ਬਾਕੀ ਇਹ ਗੱਲ ਕਿ ਅਸੀਂ ਤਾਂ ਕਾਲਜਾਂ ਉੱਤੇ ਕਰਜ਼ਾ ਲਿਆ ਹੋਇਆ ਬੈਂਕਾਂ ਦਾ, ਤੇ ਕਹਿੰਦੇ ਬੈਂਕਾਂ ਵਾਲਿਆਂ ਨੂੰ ਤਾਂ ਅਸੀਂ ਕਹਿੰਦੇ ਆ ਕਿ ਇੰਨੀ ਸਾਡੀ ਫੀਸ ਆਊਗੀ, ਇੰਨਾ ਸਾਡਾ ਪ੍ਰੋਫਿਟ ਹੋਊਗਾ, ਤਾਂ ਕਰਕੇ ਬੈਂਕ ਸਾਨੂੰ ਕਰਜ਼ਾ ਦਿੰਦੀ ਹੈ। ਤੇ ਜਦੋਂ ਅਸੀਂ ਇਹ ਕਹਾਂਗੇ ਕਿ ਕੋਈ ਇਹਦੇ 'ਚੋਂ ਅਸੀਂ ਪ੍ਰੋਫਿਟ ਲੈਣਾ ਹੀ ਨਹੀਂ, ਸਾਨੂੰ ਤਾਂ ਕੋਈ ਬੈਂਕ ਕਰਜ਼ਾ ਹੀ ਨਹੀਂ ਦੇ ਦੂਗਾ, ਬਿਨਾਂ ਬੈਂਕ ਦੇ ਕਰਜ਼ੇ ਤੋਂ ਜਾਂ ਬਿਨਾਂ ਪੂੰਜੀ ਤੋਂ ਕਾਲਜ ਚੱਲ ਕਿਹੜਾ ਜਾਊਗਾ? ਉਹ ਕਹਿੰਦੇ ਐਵੇਂ ਇਹ ਤਾਂ ਸਰਕਾਰਾਂ ਦੇ ਹੁੰਦੇ ਆ, ਤੁਹਾਡੇ ਵਰਗਿਆਂ ਦੇ ਪੜ੍ਹਨ ਲਈ, ਸਾਨੂੰ ਪਤਾ ਕਾਲਜ ਕਿਵੇਂ ਚਲਾਉਣੇ ਆ, ਤੇ ਕਾਲਜ ਉਵੇਂ ਹੀ ਚੱਲਣੇ ਆ। ਇੱਥੋਂ ਕੀ ਲੱਗਦਾ ਹੈਗਾ ਕਿ ਸਰਕਾਰ ਦੀ ਜਿਹੜੀ ਮਨਸ਼ਾ ਹੈਗੀ ਆ, ਉਹ ਬੜੀ ਸਪਸ਼ਟ ਹੈਗੀ ਆ ਕਿ ਉਹ ਕਰਨਾ ਕੀ ਚਾਹੁੰਦੀ ਹੈ। ਫਿਰ ਵੀ ਕੀ ਕਰਨਾ ਚਾਹੁੰਦੀ ਹੈ? ਇਹੋ ਜਿਹੇ ਸ਼ਬਦ ਵਰਤ ਕੇ, ਫਿਲਨਥ੍ਰੈਪਿਸਟ ਸ਼ਬਦ ਵਰਤ ਕੇ, ਦਾਨੀ ਸੱਜਣ ਸ਼ਬਦ ਵਰਤ ਕੇ, ਇਹਦੇ ਵਿੱਚ ਕਾਰਪੋਰੇਟ ਜਿਹੜੀ ਹੈਗੀ ਆ ਰਿਸਪੌਂਸਿਬਿਲਿਟੀ ਵਾਲਾ ਸ਼ਬਦ ਵਰਤ ਕੇ ਕਰਨਾ ਕੀ ਚਾਹੁੰਦੀ ਹੈ? ਕਰਨਾ ਭਾਈ ਇੰਨਾ ਚਾਹੁੰਦੀ ਆ ਕਿ ਸਰਕਾਰੀ ਜਿਹੜੀਆਂ ਹੈਗੀਆਂ ਸੰਸਥਾਵਾਂ, ਇਹਨਾਂ ਨੂੰ ਬਿਲਕੁਲ ਤਬਾਹ ਕਰਕੇ ਪ੍ਰਾਈਵੇਟ ਲੋਕਾਂ ਨੂੰ ਸੌਂਪਣਾ ਚਾਹੁੰਦੀ ਹੈ। ਪਰ ਇੱਥੇ ਵੀ ਇੱਕ ਗੱਲ 'ਚ ਸਾਨੂੰ ਬੜਾ ਹੀ ਬਿਟਵੀਨ ਦੀ ਲਾਈਨਸ ਪੜ੍ਹਨਾ ਚਾਹੀਦਾ ਹੈ ਕਿ ਪ੍ਰਾਈਵੇਟ ਸੰਸਥਾਵਾਂ 'ਚੋਂ ਵੀ ਜਿਹੜੇ ਛੋਟੇ ਮੋਟੇ, ਜਿਨ੍ਹਾਂ ਨੂੰ ਪੈਟੀ ਬੁਰਜੂਆ ਕਿਹਾ ਜਾਂਦਾ, ਜਿਨ੍ਹਾਂ ਨੂੰ ਟਟਪੂੰਜੀਏ ਕਿਹਾ ਜਾਂਦਾ, ਉਹਨਾਂ ਨੂੰ ਬਾਹਰ ਕੱਢ ਕੇ ਸਿਰਫ ਵੱਡੇ ਪਲੇਅਰਾਂ ਨੂੰ ਹੀ ਥਾਂ ਦੇਣ ਦੀ ਗੱਲ ਹੈ। ਵੱਡੇ ਪਲੇਅਰਾਂ ਨੂੰ ਥਾਂ ਦੇਣ ਦੀ ਗੱਲ ਆ, ਛੋਟੇ ਪਲੇਅਰਾਂ ਨੂੰ ਬਿਲਕੁਲ ਬਾਹਰ ਕੱਢਣ ਦੀ ਗੱਲ ਹੈ ਕਿ ਜਿਹੜੇ ਕਾਲਜ ਛੋਟੇ ਪਲੇਅਰ ਚਲਾ ਰਹੇ ਆ, ਉਹਨਾਂ ਨੂੰ ਬਾਹਰ ਕੱਢਿਆ ਜਾਵੇ, ਸਿਰਫ ਵੱਡੇ ਪਲੇਅਰ ਹੀ ਇੱਥੇ ਆਉਣ। ਤੇ ਜਿਹੜੇ ਛੋਟੇ ਪਲੇਅਰ ਆ, ਉਹ ਹਰ ਇੱਕ ਤਰ੍ਹਾਂ ਦੇ ਦਬਾਅ 'ਚ ਆ ਜਾਂਦੇ ਆ। ਉਹ ਥੋੜ੍ਹਾ ਬਹੁਤਾ ਡਰਦੇ ਯੂਨੀਵਰਸਿਟੀਜ਼ ਦੇ ਜਾਂ ਹੋਰ ਰੈਗੂਲੇਟਰੀ ਬਾਡੀਆਂ, UGC ਜਾਂ ACTU ਜਾਂ ਮੈਡੀਕਲ ਕਾਉਂਸਲ ਦੇ ਨਿਯਮਾਂ ਨੂੰ ਵੀ ਮੰਨਦੇ ਆ। ਜਿਹੜੇ ਬਿਗ ਪਲੇਅਰ ਹੋਏ, ਉਹਨਾਂ ਨੇ ਕੁਛ ਵੀ ਮੰਨਣਾ ਨਹੀਂ ਆ। ਤੇ ਉਹਦੇ ਲਈ ਇੱਕ ਸ਼ਬਦ ਹੋਰ ਵਰਤਿਆ ਇਹਦੇ ਵਿੱਚ, ਲਾਈਟ ਐਂਡ ਟਾਈਟ। ਕਹਿੰਦੇ ਕਿ ਅਸੀਂ ਕਾਨੂੰਨ ਬਣਾਵਾਂਗੇ ਪਰ ਬੜੇ ਹਲਕੇ, ਜਿਹਦੇ ਨਾਲ ਪੈਸੇ ਵਾਲੇ ਲੋਕ ਵੱਡੇ ਕਾਲਜ ਖੋਲ੍ਹ ਕੇ ਵੱਡਾ ਮੁਨਾਫਾ ਕਮਾ ਸਕਣ, ਤੇ ਜਿਹੜੇ ਨਿਯਮ ਅਸੀਂ ਬਣਾ ਲਏ ਉਹਨਾਂ ਨੂੰ ਟਾਈਟ ਬਹੁਤ ਰੱਖਾਂਗੇ। ਤੇ ਇਹ ਜਿਹੜੇ ਟਾਈਟ ਕਾਨੂੰਨ ਆ, ਉਹ ਲਾਈਟ ਕਿਵੇਂ ਹੁੰਦੇ ਆ? ਜਿਹੜੇ ਸੱਜਣ B.Ed ਕਾਲਜਾਂ 'ਚ ਪੜ੍ਹ ਕੇ ਆਏ ਆ, ਜਾਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਕਹਿਣ 'ਚ ਕੋਈ ਹਰਜ ਨਹੀਂ ਕਿ ਜਿਹੜੀਆਂ ਗਵਰਨਿੰਗ ਬਾਡੀਜ਼ ਨੇ, ਉਹਨਾਂ ਦੇ ਦਫ਼ਤਰਾਂ ਦੇ ਵਿੱਚ ਇਹ ਜਿਹੜੇ ਲਾਈਟ ਕਾਨੂੰਨ ਟਾਈਟ ਹੋਏ ਹੋਏ ਹੁੰਦੇ ਆ, ਉਹ ਟਾਈਟ ਤੋਂ ਲਾਈਟ ਕਿਵੇਂ ਹੁੰਦੇ ਆ? ਚਾਂਦੀ ਦੇ ਪਹੀਏ ਲਾ ਕੇ ਫਾਈਲਾਂ ਕਿਵੇਂ ਤੁਰਦੀਆਂ ਨੇ?
ਜਿਸ ਬੀਐਡ ਕਾਲਜਾਂ ਦੇ ਬਾਰੇ ਇੰਨਾ ਜ਼ਿਆਦਾ ਉਸ ਦੇ ਵਿੱਚ ਕਿਹਾ ਗਿਆ ਕਿ ਬੀਐਡ ਕਾਲਜ ਬਹੁਤ ਹੋ ਗਏ, ਇਹਨਾਂ ਨੇ ਪੱਠਾ ਬਿਠਾਤਾ ਉਹ ਬਿਠਾਤਾ, ਉਹਨਾਂ ਲਈ ਜਿਹੜੀਆਂ ਨੈਸ਼ਨਲ ਬਾਡੀਜ਼ ਨੇ ਉਹਨਾਂ ਨੇ ਕਿਵੇਂ ਦਿੱਤੀਆਂ ਹੈਗੀਆਂ ਪਰਮਿਸ਼ਨਾਂ, ਉਹ ਕਿਸੇ ਤੋਂ ਕੋਈ ਛੁਪੀਆਂ ਹੋਈਆਂ ਨਹੀਂ ਆ। ਸੋ ਇਹ ਜਿਹੜੀ ਸਾਰੀ ਜਿਹੜੀ ਇਹ ਪਾਲਿਸੀ ਹੈਗੀ ਆ ਉਹ ਇੱਕ ਦੋ ਗੱਲਾਂ ਬੜੀਆਂ ਸਪਸ਼ਟ ਕਰਦੀ ਹੈ ਕਿ ਪਹਿਲਾਂ ਸਿਰਫ ਮਾਂ ਪਿਓ ਦੀ ਜੇਬ ਵਿੱਚੋਂ ਪੈਸੇ ਕੱਢਣੇ ਸੀ, ਹੁਣ ਵਿਦਿਆਰਥੀ ਦੀ ਜੇਬ 'ਚੋਂ ਵੀ ਪੈਸੇ ਕੱਢਣੇ ਆ। ਤੇ ਵਿਦਿਆਰਥੀ ਦੀ ਜੇਬ 'ਚੋਂ ਪੈਸੇ ਕੱਢਣ ਲਈ ਤਰੀਕਾ ਇਹ ਰੱਖਿਆ ਕਿ ਵਿਦਿਆਰਥੀ ਕਿ ਜੇ ਨਹੀਂ ਮਾਂ ਪਿਓ ਪੈਸੇ ਦਿੰਦਾ ਤਾਂ ਆਪ ਕਮਾਵੇ। ਕੋਈ ਗੱਲ ਨਹੀਂ, ਜਿੰਨੇ ਦਿਨ ਕਮਾਇਆ ਕਰੂਗਾ ਉਹਨੇ ਦਿਨ ਉਹ ਕਮਾ ਲੇ, ਫਿਰ ਅਸੀਂ ਐਡਮਿਸ਼ਨ ਫਿਰ ਦੇ ਦਾਂਗੇ, ਫਿਰ ਪੜ੍ਹ ਲੇ, ਚੰਗੀ ਗੱਲ ਆ ਕਿ ਫਿਰ ਪੜ੍ਹ ਲੇ। ਇਹ ਇਸ ਕਾਰਨ ਨਹੀਂ ਕਿ ਉਹ ਵਿਦਿਆਰਥੀਆਂ ਦੀ ਪੜ੍ਹਾਈ ਦਾ ਉਹਨਾਂ ਨੂੰ ਫਿਕਰ ਆ, ਇਸ ਕਰਕੇ ਕਿ ਜੇ ਉਹਦੇ ਕੋਲ 4 ਪੈਸੇ ਹੈਗੇ ਤਾਂ ਉਹ ਫਿਰ ਕਢਵਾ ਲੈ ਜਾਣ ਫੀਸ ਦੇ ਰੂਪ ਵਿੱਚ। ਇੱਕ ਗੱਲ। ਦੂਜੀ ਜਿਹੜੀ ਗੱਲ ਹੈਗੀ ਆ ਕਿ ਜਿਹੜੇ ਛੋਟੇ ਪਲੇਅਰ ਨੇ ਉਹਨਾਂ ਨੂੰ ਬਾਹਰ ਕੱਢਣਾ ਹੈ, ਉਹਦੀ ਥਾਂ ਤੇ ਸਿਰਫ ਵੱਡੇ ਪਲੇਅਰ ਆ ਜਿਹੜੇ ਉਹ ਆਉਣਗੇ। ਤੀਜੀ ਗੱਲ, ਕੋਈ ਵੀ ਜਿਹੜਾ ਹੈਗਾ ਦਾਨੀ ਸੱਜਣ ਕੋਈ ਸਾਹਮਣੇ ਆਉਣ ਦੀ ਕੋਈ ਸੰਭਾਵਨਾ ਨਹੀਂ ਲੱਗਦੀ ਗੀ। ਸਾਰਾ ਕਿ ਜਿਹੜਾ ਦਾਰੋਮਦਾਰ ਆ ਉਹ ਇਸ ਗੱਲ ਤੇ ਹੀ ਹੋਵੇਗਾ ਕਿ ਕਾਰਪੋਰੇਟ ਆ ਜਿਹੜੇ ਉਹ ਜਿਹੜੀਆਂ ਗੌਰਮੈਂਟ ਇੰਸਟੀਚਿਊਟਸ ਨੇ ਉਹਨਾਂ ਨੂੰ ਕੀ ਕਹਿੰਦੇ ਆ ਓਵਰਟੇਕ ਕਰੇਗੀ, ਉਹਨਾਂ ਨੂੰ ਲਵੇਗੀ। ਆਪਾਂ ਜਿਸ ਆਰਟਸ ਆਡੀਟੋਰੀਅਮ ਦੇ ਵਿੱਚ ਅੱਜ ਖੜੇ ਆ ਇਹਦਾ ਹੁਣ ਨਾਂ ਕੀ ਹੈ? ਪਹਿਲਾਂ ਨਾਂ ਕੀ ਸੀ? ਹੁਣ ਇਹ ਜਿਹੜੀ ਜ਼ਮੀਨ ਹੈ ਇਹ ਵੀ ਗੌਰਮੈਂਟ ਦੀ ਹੈ, ਜਿਹੜੀ ਬਿਲਡਿੰਗ ਆ ਇਹ ਵੀ ਗੌਰਮੈਂਟ ਦੀ ਹੈ, ਤੇ ਜਿਹੜੀ ਇਹ ਰੈਨੋਵੇਸ਼ਨ ਹੋਈ ਸੀ ਉਹਦਾ ਹਾਲ ਕੀ ਹੋ ਗਿਆ? ਉਹ ਗੁਰਜੰਟ ਸਿੰਘ ਜੀ ਹੱਥ 'ਚ ਲਈ ਬੈਠੇ ਜਿਹੜੀ ਰੈਨੋਵੇਸ਼ਨ ਹੋਈ ਸੀ, ਤੇ ਨਾਂ ਕੀ ਹੋ ਗਿਆ ਇਹਦਾ? ਇਹ ਸਾਰੀਆਂ ਇੰਸਟੀਚਿਊਟਸ ਨਾਲ, ਇਹ ਤਾਂ ਹਜੇ ਪਾਰਸ਼ੀਅਲ ਆ, ਸਾਰੀਆਂ ਇੰਸਟੀਚਿਊਟਸ ਨਾਲ ਇਹ ਹਾਲ ਹੋਣ ਵਾਲਾ ਹੈ। ਹੁਣ ਤੁਸੀਂ ਕਹੋਗੇ ਕਿ ਗੱਲਾਂ ਤਾਂ ਕਰਨੀਆਂ ਸੀਗੀਆਂ ਬਹੁਤ ਸਿਆਣੀਆਂ, ਗੰਭੀਰ ਤੇ ਨੁਕਤਿਆਂ ਅਨੁਸਾਰ, ਪੈਰਿਆਂ ਅਨੁਸਾਰ। ਉਹ ਮੇਰੇ ਕੋਲ ਸਾਰੇ ਪੁਆਇੰਟ ਨੋਟ ਆ ਕਿ ਕਿਹੜੇ ਪੰਨੇ ਤੇ ਕੀ ਲਿਖਿਆ, ਉਹਦੇ ਕਿਹੜੇ ਪੰਨੇ ਤੇ ਕੀ ਲਿਖਿਆ। ਮੈਨੂੰ ਇਹ ਲੱਗਦਾ ਹੈ ਕਿ ਇਹ ਵਿਦਿਆਰਥੀਆਂ ਦੇ ਲਈ ਇਹ ਬੜੇ ਸੰਕਟ ਦੀ ਵੀ ਤੇ ਸਿਆਣੇ ਹੋ ਕੇ ਚੱਲਣ ਦੀ ਘੜੀ ਆ। ਤੇ ਇਹ ਉਹ ਮੌਕਾ ਹੈ ਕਿ ਜਦੋਂ ਉਹਨਾਂ ਨੂੰ ਉਹ ਵੱਡੇ ਸੰਘਰਸ਼ ਕਰਨੇ ਪੈਣੇ ਆ ਕਿ ਜਿਹੜੇ ਸੰਘਰਸ਼ਾਂ ਦੇ ਲਈ ਇਹਦੇ ਵਿੱਚ ਇੱਕ ਹੋਰ ਸ਼ਬਦ ਹੈਗਾ, ਅੰਡਰ ਪ੍ਰਿਵਿਲੇਜਡ। ਉਹਦੇ ਲਈ ਕਿ ਕਬਾਇਲੀ ਲੋਕਾਂ ਲਈ, ਫਿਜ਼ੀਕਲੀ ਚੈਲੰਜਡ ਲੋਕਾਂ ਲਈ, ਔਰਤਾਂ ਲਈ ਬੜੇ ਸ਼ਬਦ ਵਰਤੇ ਗਏ ਨੇ। ਉਹਦੇ ਵਿੱਚ ਥੋੜ੍ਹੇ ਜਿਹੇ ਸ਼ਬਦ ਵਰਤੇ ਗਏ ਨੇ ਕਿ SC ਜਾਂ ST ਵਿਦਿਆਰਥੀਆਂ ਲਈ। ਤੇ ਹਾਲਤ ਕੀ ਆ? ਕੱਲ੍ਹ ਕੀ ਹੋ ਕੇ ਹਟਿਆ? ਪਰਸੋਂ ਚੌਥੇ ਹੋਇਆ ਕਿ ਜਿਹੜੀਆਂ CBSE ਦੀ ਜਿਹੜੀ ਫੀਸ ਹੈਗੀ ਆ ਉਹ ਵਧਾ ਦਿੱਤੀ ਗਈ ਹੈ, 24 ਗੁਣਾ ਵਧਾ ਦਿੱਤੀ ਗਈ ਹੈ। ਇਹ ਮੈਂ ਕਿ ਲੱਗਦਾ ਹੈਗਾ ਕਿ ਉਹਨਾਂ ਦਾ ਖਿਆਲ ਰੱਖਿਆ ਜਾ ਰਿਹਾ, ਜਿਹੜੇ ਅੰਡਰ ਪ੍ਰਿਵਿਲੇਜਡ ਨੇ ਉਹਨਾਂ ਦਾ ਖਿਆਲ ਰੱਖਣ ਦਾ ਇਹ ਤਰੀਕਾ ਹੈਗਾ। ਦੂਜਾ ਇਹ ਕਿ ਨੈਸ਼ਨਲ ਕਿ ਜਿਹੜਾ ਸਿੱਖਿਆ ਆਯੋਗ ਬਣਾਇਆ ਜਾਊਗਾ, ਇਹ ਬਣਾਇਆ ਜਾਊਗਾ, ਰਿਸਰਚ ਦਾ ਵੱਖਰਾ ਇੱਕ ਕਮਿਸ਼ਨ ਬਣਾਇਆ ਜਾਊਗਾ। ਉਹਦੇ ਲਈ ਪੈਸੇ ਕਿੰਨੇ ਰੱਖੇ ਆ? ਜਿਹੜਾ ਪਿਛਲੇ ਬਜਟ ਦੇ ਵਿੱਚ 400 ਕਰੋੜ। 400 ਕਰੋੜ ਨਾਲ ਇੱਕ ਯੂਨੀਵਰਸਿਟੀ ਨਹੀਂ ਚੱਲਦੀ। ਤੁਹਾਡੀ ਯੂਨੀਵਰਸਿਟੀ 400 ਕਰੋੜ ਨਾਲ ਨਹੀਂ ਚੱਲ ਰਹੀ। ਸਾਰੇ ਕਿ ਦੇਸ਼ ਨੂੰ ਫੰਡਿੰਗ ਕਰਨ ਵਾਲੀ ਜਿਹੜੀ ਰਿਸਰਚ ਵਾਲੀ ਆ ਉਹਦੇ ਲਈ 400 ਕਰੋੜ ਸਾਡੇ ਪਿਛਲੇ ਬਜਟ ਦੇ ਵਿੱਚ ਸਾਡੇ ਬਜਟ ਮੰਤਰੀ ਨੇ ਰੱਖਿਆ। ਇੱਥੋਂ ਸਾਫ਼ ਜ਼ਾਹਰ ਆ ਕਿ ਗੌਰਮੈਂਟ ਇਹ 'ਚ ਕੋਈ ਪੈਸਾ ਨਹੀਂ ਖਰਚਣਾ ਚਾਹੁੰਦੀ, ਸਿਰਫ ਇਹ ਗੱਲਾਂ ਕਰਨੀਆਂ ਚਾਹੁੰਦੀ ਹੈ ਜਾਂ ਇਸ ਕਿਸਮ ਦੀਆਂ ਗੱਲਾਂ ਦਾ ਇੱਕ ਕੜਾਹ ਬਣਾਉਣਾ ਚਾਹੁੰਦੀ ਹੈ ਕਿ ਜਿਹੜਾ ਸਵਾਦ ਹੋਵੇ। ਇੱਕ ਆਟੋਨੋਮੀ ਸ਼ਬਦ ਆ ਨਾ ਜਿਹੜਾ ਸਾਨੂੰ ਜਿਹੜੇ ਤਥਾਕਥਿਤ ਅਸੀਂ ਬੁੱਧੀਜੀਵੀ ਨੂੰ ਸਾਨੂੰ ਬੜਾ ਪਿਆਰਾ ਹੁੰਦਾ ਵੀ ਆਟੋਨੋਮੀ ਖੁਦ ਮੁਖਤਿਆਰੀ ਕਹਿੰਦੇ ਖੁਦ ਮੁਖਤਿਆਰ। ਤੇ ਖੁਦ ਮੁਖਤਿਆਰੀ ਕਿਹਨਾਂ ਨੂੰ? ਕਾਲਜਾਂ ਵਾਲਿਆਂ ਨੂੰ ਖੁਦ ਮੁਖਤਿਆਰੀ। ਕੀ ਕਾਲਜਾਂ ਵਾਲਿਆਂ ਨੂੰ ਕੀ ਖੁਦ ਮੁਖਤਿਆਰੀ? ਕਿ ਤੁਸੀਂ ਹੀ ਫੀਸ ਡਿਸਾਈਡ ਕਰੋ ਵਿਦਿਆਰਥੀਆਂ ਤੋਂ ਕਿੰਨੀ ਲੈਣੀ ਹੈ, ਤੁਹਾਨੂੰ ਖੁਦ ਮੁਖਤਿਆਰੀ। ਪਰ ਇੰਨੀ ਨਾ ਲਿਆ ਜੋ ਕਿ ਵਿਦਿਆਰਥੀ ਔਖੇ ਹੋਣ। ਇਹ ਕੌਣ ਡਿਸਾਈਡ ਕਰੂਗਾ ਕਿ ਵਿਦਿਆਰਥੀ ਕਿੱਥੇ ਔਖੇ ਹੁੰਦੇ ਆ? ਸੈਸ਼ਨ ਦੇ ਮਿਡ 'ਚ ਨਹੀਂ ਵਧਾਉਣੀ, ਪਹਿਲਾਂ ਹੀ ਵਧਾ ਲਿਆ ਜੋ।
ਇਹ ਵੀ ਲਿਖਿਆ ਹੈ ਕਿ ਐਵੇਂ ਅਬਰਪਟਲੀ ਨਹੀਂ। ਅਬਰਪਟਲੀ ਤੋਂ ਕੀ ਭਾਵ ਕਿ ਵਿਚਾਲੇ ਨਹੀਂ ਵਧਾਉਣੀ, ਉਹ ਪਹਿਲਾਂ ਜਿੰਨੀ ਮਰਜ਼ੀ ਵਧਾ ਲਓ। ਫਿਰ ਅੱਗੇ ਅਧਿਆਪਕਾਂ ਨੂੰ ਕੀ ਦੇਣਾ? ਉਹ ਭਾਈ ਉਹਦੀ ਪਰਫਾਰਮੈਂਸ ਬੇਸ ਦੇਣਾ। ਜਿਹੜਾ ਅਧਿਆਪਕ ਚੰਗਾ ਪਰਫਾਰਮ ਕਰੂਗਾ ਉਹਨੂੰ ਚੰਗਾ ਦੇਣਾ, ਜਿਹੜਾ ਮਾੜਾ ਪਰਫਾਰਮ ਕਰੂਗਾ ਮਾੜਾ ਦੇਣਾ। ਤੇ ਪਰਫਾਰਮੈਂਸ ਜੱਜ ਕਿਹਨੇ ਕਰਨੀ ਆ? ਬਾਹਰਲੀ ਕਿਸੇ ਏਜੰਸੀ ਨੇ ਨਹੀਂ ਕਰਨੀ, ਉਹਨਾਂ ਨੇ ਆਪੇ ਕਰਨੀ ਹੈ। ਪੇਪਰਾਂ 'ਚ ਕੀ ਪਾਉਣਾ? ਸਵਾਲ ਕਿਹੜੇ ਪੁੱਛਣੇ ਨੇ ਤੇ ਪੜ੍ਹਾਉਣਾ ਕੀ ਆ? ਕਾਲਜ ਡਿਸਾਈਡ ਕਰਨਗੇ, ਕਾਲਜ ਡਿਸਾਈਡ ਕਰਨਗੇ ਕੀ ਪੜ੍ਹਾਉਣਾ। ਪੇਪਰਾਂ 'ਚ ਪਾਉਣਾ ਕੀ ਆ? ਕਾਲਜ ਡਿਸਾਈਡ ਕਰਨਗੇ। ਡਿਗਰੀ ਕੀ ਦੇਣਗੇ? ਡਿਗਰੀ ਦੇ ਦੇਣਗੇ ਤੁਹਾਨੂੰ। BA ਦੀ ਮੰਗੋਗੇ BA ਦੀ, MA ਦੀ ਮੰਗੋਗੇ MA ਦੀ, ਜਿਹਦੀ ਮਰਜ਼ੀ ਮੰਗੋਗੇ ਉਹੀ ਡਿਗਰੀ ਦੇ ਦੇਣਗੇ। ਹੁਣ ਉਹ ਡਿਗਰੀ ਜਿਹੜੀ ਲਈ ਹੋਈ ਆ ਉਹਦਾ ਮੁੱਲ ਕੀ ਹੋਊਗਾ? ਮਾਰਕੀਟ ਮੁੱਲ ਕੀ ਹੋਊਗਾ? ਉਹ ਕਹਿੰਦੇ ਮਾਰਕੀਟ ਮੁੱਲ ਮਾਰਕੀਟ ਨਿਰਧਾਰਿਤ ਕਰੂਗੀ। ਜਿਹਨੂੰ ਉਹਦੀ ਪੜ੍ਹਾਈ ਲਿਖਾਈ ਪਸੰਦ ਆਈ ਉਹਨੂੰ ਨੌਕਰੀ ਦੇ ਦਿਆ ਕਰੂਗਾ। ਨਾ ਕਿਸੇ ਨੇ ਨੌਕਰੀ ਦਿੱਤੀ ਫਿਰ ਕਹਿੰਦੇ ਫਿਰ ਤੁਹਾਡੇ 'ਚ ਕਲਾ ਨਹੀਂ ਹੋਣੀ, ਤੁਸੀਂ ਗਲਤ ਕੋਰਸ ਚੁਣ ਲਿਆ ਹੋਊਗਾ। ਤੁਸੀਂ ਗਲਤ ਕੋਰਸ ਚੁਣ ਲਿਆ ਹੋਊਗਾ, ਤੁਸੀਂ ਠੀਕ ਨਹੀਂ ਪੜ੍ਹੇ ਹੋਵੋਗੇ, ਖੁਦ ਮੁਖਤਿਆਰੀ ਹੈ ਤੁਹਾਡੀ, ਤੁਸੀਂ ਗਲਤ ਕਾਲਜ ਚੁਣ ਲਿਆ। ਯਾਨੀ ਜਿਹੜਾ ਵਿਦਿਆਰਥੀ ਦਾ ਗਲਤ ਕਾਲਜ ਚੁਣ ਕੇ ਗਲਤ ਕੋਰਸ ਲੈ ਕੇ ਨੁਕਸਾਨ ਹੋਣਾ, ਉਹ ਨੁਕਸਾਨ ਦੀ ਜਵਾਬਦੇਹੀ ਕਿਤੇ ਨਹੀਂ, ਕੋਈ ਜਵਾਬਦੇਹੀ ਨਹੀਂ। ਸਭ ਤੋਂ ਵੱਡੀ ਗੱਲ ਕਿ ਇਸ ਵੇਲੇ ਜਿਹੜੀ ਸਿੱਖਿਆ ਹੈਗੀ ਆ ਉਹਦੇ ਵਿੱਚ ਇੱਕੋ ਹੀ ਗੱਲ ਆ ਕਿ ਅਸੀਂ ਇੰਪਲਾਇਮੈਂਟ ਦੇ ਲਈ ਉਹਨੂੰ ਕਿਵੇਂ ਯੋਗ ਬਣਾਈਏ। ਸਾਰੇ ਖਰੜੇ ਦੇ ਵਿੱਚ ਐਵੇਂ ਇੱਕ ਦੋ ਵਾਰੀ ਇਹ ਸ਼ਬਦ ਆਇਆ, ਇਸ ਨੂੰ ਸਮੱਸਿਆ ਵਜੋਂ ਕਿਤੇ ਡੀਲ ਨਹੀਂ ਕੀਤਾ ਗਿਆ ਕਿ ਇਹਨੂੰ ਸਮੱਸਿਆ ਸਮਝ ਕੇ ਇਹਨੂੰ ਡੀਲ ਕੀਤਾ ਜਾਵੇ। ਇਹੋ ਜਿਹੀ ਕੋਈ ਗੱਲ ਨਹੀਂ ਗੀ। ਵੈਸੇ ਹੀ ਜਰਨਲ ਹੀ ਕਿਹਾ ਗਿਆ ਕਿ ਵੋਕੇਸ਼ਨਲਾਈਜੇਸ਼ਨ ਕਰ ਦਿਓ, ਕੰਪਾਰਟਮੈਂਟਲਾਈਜੇਸ਼ਨ ਖਤਮ ਕਰ ਦਿਓ। ਇੱਥੋਂ ਲੱਗਦਾ ਆ ਕਿ ਸਰਕਾਰ ਨੇ ਆਪਦਾ ਮਨਸ਼ਾ ਬੜਾ ਕਲੀਅਰ ਰੱਖਿਆ ਕਿ ਕੀ ਕਰਨਾ, ਕਿ ਗਰੀਬ ਬੰਦੇ ਨੂੰ ਸਿੱਖਿਆ ਤੋਂ ਬਾਹਰ ਕਰਨਾ। ਜੇ ਉਹ ਸਿੱਖਿਆ ਲੈਣ ਲਈ ਬਾਹਲਾ ਹੀ ਬਜਿੱਦ ਹੋਵੇ ਤਾਂ ਉਹਦੀ ਜੇਬ 'ਚੋਂ ਪੈਸੇ ਕਢਾਉਣੇ ਆ। ਇਹ ਪੈਸੇ ਜਾਣੇ ਕਿੱਥੇ ਆ? ਇਹ ਜਾਣੇ ਅਮੀਰ ਕਾਰਪੋਰੇਟ ਦੀ ਜੇਬ 'ਚ ਜਾਣੇ ਆ। ਉਦੋਂ ਬਾਅਦ ਵਿਦਿਆਰਥੀ ਨੂੰ ਜੇ ਗਲਤ ਹੋ ਜਾਂਦਾ ਹੈ, ਉਹ ਸਿੱਖਿਆ ਉਹਦੀ ਠੀਕ ਨਹੀਂ ਰਹਿੰਦੀ ਗੀ, ਤਾਂ ਜ਼ਿੰਮੇਵਾਰੀ ਕਿਤੇ ਨਹੀਂ। ਉਹਨੂੰ ਕਹਿੰਦੇ ਕਿ ਜੇ ਗਲਤ ਕੋਰਸ ਚੁਣ ਲਿਆ ਤਾਂ ਕੀ ਹੈ, ਕੋਈ ਹੋਰ ਕੰਮ ਕਰ ਲਾ, 2000-4 ਦਿਨ ਪੈਸੇ ਕਮਾ ਲਾ, ਜਿਹੜਾ ਕੋਰਸ ਸਹੀ ਆ ਉਹਦੇ 'ਚ ਫਿਰ ਦੁਬਾਰਾ ਦਾਖਲਾ ਲੈ ਲਾ। ਮਾਰਕੀਟ ਡਰਿਵਨ ਆ ਜਿਹੜਾ ਐਜੂਕੇਸ਼ਨ ਸਿਸਟਮ, ਉਹਦੇ ਵਿੱਚ ਜਿਹੜੀ ਕਾਲਜ ਦੀ ਚੁਆਇਸ ਹੈਗੀ ਆ, ਜਿਹੜੀ ਖੁਦ ਮੁਖਤਿਆਰੀ ਤੁਹਾਨੂੰ ਵੀ ਦੇਤੀ, ਕਾਲਜ ਨੂੰ ਲੁੱਟਣ ਦੀ ਦੇਤੀ, ਤੁਹਾਨੂੰ ਲੁਟਾਈ ਖਾਣ ਦੀ ਦੇਤੀ ਕਿ ਜਿਹੜੇ ਮਰਜ਼ੀ ਕਾਲਜ ਚੁਣ ਲਓ। ਯੂਨੀਵਰਸਿਟੀ ਦਾ ਕੋਈ ਕੁੰਡਾ ਨਹੀਂ, ਯੂਨੀਵਰਸਿਟੀ ਨੇ ਕੋਈ ਸਿਲੇਬਸ ਨਹੀਂ ਬਣਾਉਣਾ, ਆਟੋਨੋਮਸ ਕਾਲਜ ਦਾ ਕੋਈ ਕੁਛ ਨਹੀਂ ਬਣਾਉਣਾਗਾ। ਨਾ ਉਹਦਾ ਸਿਲੇਬਸ ਬਣਾਉਣਾ, ਨਾ ਉਹਦਾ ਐਗਜ਼ਾਮੀਨੇਸ਼ਨ ਤੁਸੀਂ ਕਰਨਾ, ਨਾ ਹੀ ਤੁਸੀਂ ਉਹਦੇ ਵਿੱਚ ਇਹ ਕਹਿਣਾ ਕਿ ਆਹ ਡਿਗਰੀ ਦੇਣੀ ਆ ਕਿ ਨਹੀਂ ਦੇਣੀ। ਜਿਹੜੀ ਮਰਜ਼ੀ ਉਹ ਡਿਗਰੀ ਦੇ ਦੇਣਗੇ। ਤੇ ਇਸ ਵੇਲੇ ਜਿੰਨਾ ਕੁ ਪਾਰਸ਼ਲੀ ਆਟੋਨੋਮਸ ਦਿੱਤੀ ਹੋਈ ਹੈ, ਜਿੰਨੀਆਂ ਕੁ ਪ੍ਰਾਈਵੇਟ ਯੂਨੀਵਰਸਿਟੀਆਂ ਬਣੀਆਂ ਹੋਈਆਂ, ਮੇਰਾ ਐਕਸਪੀਰੀਅੰਸ ਬਹੁਤਾ ਵੱਡਾ ਨਹੀਂ, ਵਰਲਡ ਲੈਵਲ ਦਾ ਮੇਰਾ ਕੋਈ ਐਕਸਪੀਰੀਅੰਸ ਨਹੀਂ, ਮੇਰਾ ਇੰਡੀਆ ਲੈਵਲ ਦਾ ਵੀ ਕੋਈ ਐਕਸਪੀਰੀਅੰਸ ਨਹੀਂ, ਪਰ ਪੰਜਾਬ ਲੈਵਲ ਦੇ ਐਕਸਪੀਰੀਅੰਸ ਤੇ ਮੈਂ ਕਹਿ ਸਕਦਾ ਹੈਗਾ ਕਿ ਗੌਰਮੈਂਟ ਦੀਆਂ ਯੂਨੀਵਰਸਿਟੀਆਂ ਨਾਲੋਂ ਇਸ ਸਮੇਂ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਉਹਨਾਂ ਦਾ ਜਿਹੜਾ ਸਟੈਂਡਰਡ ਹੈਗਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਖਾਸ ਕਰਕੇ ਸਭ ਤੋਂ ਉੱਚੀ ਡਿਗਰੀ PhD ਨੂੰ ਜਿਵੇਂ ਉਹ ਥੋਕ ਵਿੱਚ ਮਹਿੰਗੇ ਭਾਅ ਵੰਡ ਰਹੇ ਆ, ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਦਾ ਸਾਲਾਨਾ ਪੇਪਰ ਪੜ੍ਹਦੇ ਦਾ, ਵਿਦਿਆਰਥੀ ਦਾ ਛਮਾਹੀ ਰਿਪੋਰਟਾਂ ਦਿੰਦੇ ਦਾ, ਵਿਦਿਆਰਥੀ ਦਾ ਸਿਨੋਪਸਿਸ ਕਰਦਿਆਂ ਦਾ, ਤੇ ਵਿਦਿਆਰਥੀ ਦੀ ਮੁੜ ਕੇ PhD ਦੇ ਲਈ ਰੀਸਬਮਿਸ਼ਨ ਪੜ੍ਹਦੇ ਦਾ, ਉਹਦਾ ਜਿਹਨੂੰ ਕਹਿ ਸਕਦੇ ਹਾਂ ਕਿ ਲਾਈਫ ਦੇ 5 ਸਾਲ ਦਿਨ ਰਾਤ ਇਸ ਕੰਮ ਤੇ ਲੱਗਿਆ ਕਿ ਉਹਨੂੰ ਆ ਕੇ ਡਿਗਰੀ ਦਿੱਤੀ ਜਾਂਦੀ ਹੈ। ਉਹਦੇ ਉਲਟ ਪ੍ਰਾਈਵੇਟ ਯੂਨੀਵਰਸਿਟੀ 'ਚ ਇੱਕ ਦਿਨ ਜਾਓ, ਟੋਕਨ ਮਨੀ 4000 5000 10000 ਉਹਨਾਂ ਨੂੰ ਫੜਾਇਓ, ਉੱਥੇ ਉਦੋਂ ਬਾਅਦ ਉਹਨਾਂ ਕੋਲ ਰਜਿਸਟਰਡ ਕਰਾਇਓ, ਕਲਾਸਾਂ ਲਾਓ ਨਾ ਲਾਓ, ਜਾਓ ਨਾ ਜਾਓ। ਜਿੱਦਣ ਥੀਸਿਸ ਤਿਆਰ ਹੋ ਗਿਆ ਉਦਣ ਉਹਨਾਂ ਨੇ ਸਾਰੇ ਬਕਾਏ ਕੱਢ ਕੇ 2.5 ਤੋਂ 5 ਲੱਖ ਰੁਪਈਆ ਰਖਾਉਂਦੀਆਂ ਯੂਨੀਵਰਸਿਟੀਆਂ। ਆ ਮਾਈਕ ਜੇ ਲਾਈ ਬੈਠੇ, ਕੱਲ੍ਹ ਨੂੰ ਯੂਨੀਵਰਸਿਟੀਆਂ ਵਾਲਿਆਂ ਮੇਰੇ ਤੇ ਕੇਸ ਕਰ ਦੇਣਗੀਆਂ ਕਿ ਸਾਡੀ ਬਦਨਾਮੀ ਕਰਦਾ ਹੈਗਾ, ਤੇ ਉਹ ਫਿਰ ਕੇਸ ਵੀ ਵੱਡੇ ਪਾਉਂਦੀਆਂ। 5 ਕਰੋੜ ਦਾ ਹਰਜਾਨਾ, ਸਾਡੀ ਬਦਨਾਮੀ ਕੀਤੀ ਸਾਡੀ ਯੂਨੀਵਰਸਿਟੀ ਦੀ। ਨਵੇਂ ਨਿਯਮ ਹੈ ਨਾ, ਦੂਜੇ ਬੰਦੇ ਨੂੰ ਭਜਾਉਣ ਲਈ ਇੱਕ ਤਰੀਕਾ ਇਹ ਵੀ ਹੈ ਨਾ ਕਿ ਤੁਸੀਂ ਹਰਜਾਨਾ ਹੀ ਐਡਾ ਵੱਡਾ ਪਾ ਦਿਓ ਕਿ 5 ਕਰੋੜ। ਤੇ ਤੁਹਾਨੂੰ ਵੀ ਪਤਾ ਕਿ ਪੰਜਾਬ ਵਿੱਚ ਕਿਹੜੀਆਂ ਯੂਨੀਵਰਸਿਟੀਆਂ ਜਿਹੜੀਆਂ 5 ਲੱਖ ਰੁਪਈਆ ਇੱਧਰ ਰਖਾਉਂਦੀਆਂ, ਨਾਲ ਦੀ ਨਾਲ ਹੀ ਮੈਂ ਕਿ ਜਿਹੜਾ ਥੀਸਿਸ ਆ ਉਹ ਪਾਸ ਤੇ PhD ਦੀ ਡਿਗਰੀ ਹੱਥ 'ਚ।
ਮੁੜ ਕੇ ਮੈਂ ਕਿ ਮੇਰੇ ਸੱਜਣ ਇੱਥੇ ਸਾਹਮਣੇ ਬੈਠੇ ਆ, ਅਸੀਂ ਮੈਂ ਕਿ ਨਾਲੇ ਤਾਂ ਉਹਨਾਂ ਦੀ PhD ਨੂੰ ਮੰਨੀ ਜਾਂਦੇ ਆ, ਨਾਲੇ ਨਹੀਂ ਮੰਨੀ ਜਾਂਦੇ ਇੰਟਰਵਿਊ 'ਤੇ। ਉਹ ਕਹਿੰਦੇ ਉਹੋ ਜਿਹੀ PhD ਆ ਜੇ ਜੀ ਤੁਹਾਡੀ ਹੈ। ਇਹ ਜਿਹੜਾ ਹੈਗਾ ਪ੍ਰਾਈਵੇਟਾਈਜੇਸ਼ਨ ਦਾ ਤੇ ਜੇਬਾਂ 'ਚੋਂ ਪੈਸੇ ਕਢਾਉਣ ਦਾ ਇਹ ਪ੍ਰੋਗਰਾਮ ਹੈਗਾ। ਨਾ ਇਹਨੂੰ ਮਰਜ਼ੀ ਜੋ ਦੇ ਦਿਓ, ਨਿਊ ਐਜੂਕੇਸ਼ਨ ਪਾਲਿਸੀ ਦੇ ਦਿਓ, ਓਲਡ ਐਜੂਕੇਸ਼ਨ ਪਾਲਿਸੀ ਦੇ ਦਿਓ। ਅਸਲ ਦੇ ਵਿੱਚ ਤਾਂ ਇਹ ਕਹਿ ਲਓ ਕਿ 86 ਵਾਲੀ ਪਾਲਿਸੀ ਦੀ ਹੀ ਰਫਤਾਰ ਤੇਜ਼ ਕੀਤੀ ਹੋਈ ਆ ਪ੍ਰਾਈਵੇਟਾਈਜੇਸ਼ਨ ਦੇ ਮਾਮਲੇ ਦੇ ਵਿੱਚ। ਜਿਹੜਾ ਉਹਨਾਂ ਨੇ ਆਪਣੀ ਆਈਡੀਓਲੋਜੀ ਦਾ ਤੜਕਾ ਲਾਇਆ ਉਹ ਵੱਖਰਾ ਹੈ। ਉਹ ਬੱਸ ਵੀ ਵਿਦਿਆਰਥੀ ਉਹ ਕਿੱਥੇ ਚੱਲੇ ਆ, ਇੱਥੇ ਨਾਲੰਦਾ ਤੇ ਤਕਸ਼ਲਾ ਯੂਨੀਵਰਸਿਟੀ ਬਸ ਬਣ ਨਹੀਂ ਲੱਗੀ ਆਪਣੇ ਵਾਲੀ ਯੂਨੀਵਰਸਿਟੀ। ਦੋ ਉਹਦੇ ਵਿੱਚ ਸ਼ਬਦ ਵਰਤੇ ਗਏ ਆ ਵਾਰ-ਵਾਰ ਕਿ ਅਸੀਂ ਨਾਲੰਦਾ ਤੇ ਤਕਸ਼ਲਾ ਯੂਨੀਵਰਸਿਟੀ ਨੂੰ ਮਾਡਲ ਯੂਨੀਵਰਸਿਟੀਆਂ ਮਾ ਕੇ ਸਾਡਾ ਬੜਾ ਵੱਡਾ ਹੈਰੀਟੇਜ ਹੈਗਾ ਨਾਲੰਦਾ ਤੇ ਤਕਸ਼ਲਾ। ਉਹ ਕਹਿੰਦੇ ਹੁਣ ਅਸੀਂ ਨਿਊ ਨਾਲੰਦਾ ਬਣਾਉਣੀ ਹੈ। ਹੁਣ ਬਹੁਤ ਵਧੀਆ ਗੱਲਾਂ ਲੱਗਦੀਆਂ ਕਿ ਸਾਨੂੰ ਆਪਦੇ ਹੈਰੀਟੇਜ ਨਾਲ ਜੁੜਨਾ ਚਾਹੀਦਾ, ਆਪਣੇ ਸਾਨੂੰ ਪਿਛੋਕੜ ਨਾਲ ਜੁੜਨਾ ਚਾਹੀਦਾ। ਸਾਡਾ ਪਿਛੋਕੜ ਬੜਾ ਅਮੀਰ ਹੈਗਾ। ਮੈਨੂੰ ਫਾਰਸੀ ਦੀ ਸਹੀ ਉਹ ਮੁਹਾਵਰਾ ਤਾਂ ਨਹੀਂ ਆਉਂਦਾ, ਪਰ ਉਹ ਹੁੰਦਾ ਕਿ ਅਸੀਂ ਬੜੇ ਵੱਡੇ, ਮੇਰਾ ਪਿਓ ਬੜਾ ਵੱਡਾ, ਮੇਰੇ ਪਿਓ ਦਾ ਪਿਓ ਉਦੋਂ ਵੀ ਵੱਡਾ। ਉਹਦੀ ਪੰਜਾਬੀ ਇਹ ਤਾਂ ਉਹ ਇਹ ਤਾਂ ਖੈਰ ਹਰੇਕ ਨੂੰ ਹੀ ਕਰਨਾ ਚਾਹੀਦਾ, ਆਪਦੇ ਵਿਰਸੇ 'ਤੇ ਮਾਣ ਕਰਨਾ ਚਾਹੀਦਾ। ਜੇ ਬੰਦਾ ਵਿਰਸੇ 'ਤੇ ਮਾਣ ਨਾ ਕਰੇ ਤਾਂ ਉਹਦਾ ਕੁਛ ਨਹੀਂ ਰਹਿੰਦਾ, ਕਰਨਾ ਚਾਹੀਦਾ। ਹੁਣ ਇਹ ਕਿ ਇੱਕ ਤਾਂ ਇਹ ਕਿ ਇੱਕ ਥਾਂ 'ਤੇ ਵੀ ਇਹ ਗੱਲ ਕਿਤੇ ਨਹੀਂ ਕਹੀ ਗਈ, ਕਿਤੇ ਨਹੀਂ ਲਿਖੀ ਕਿ ਜਿਹੜੀ ਨਾਲੰਦਾ ਯੂਨੀਵਰਸਿਟੀ ਜਾਂ ਤਕਸ਼ਲਾ ਯੂਨੀਵਰਸਿਟੀ ਸੀ, ਜਿੰਨੀ ਕੁ ਅਸੀਂ ਖੋਜ ਕਰੀ ਹੈਗੀ ਆ, ਉਹਦੇ ਵਿੱਚ ਫੀਸ ਸਟਰਕਚਰ ਕੀ ਸੀ ਤੇ ਉਹਦੇ 'ਚ ਪੜ੍ਹਾਇਆ ਕੀ ਜਾਂਦਾ ਸੀ। ਜੇ ਅਸੀਂ ਉਹਨਾਂ ਨੂੰ ਮਾਡਲ ਬਣਾਉਣਾ ਹੈ ਤਾਂ ਅਸੀਂ ਫੀਸ ਸਟਰਕਚਰ ਬਾਰੇ ਕੀ ਕਰਾਂਗੇ ਤੇ ਅਸੀਂ ਉੱਥੇ ਪੜ੍ਹਾਵਾਂਗੇ ਕਿਹੜੇ ਵਿਸ਼ੇ ਪੜ੍ਹਾਵਾਂਗੇ। ਇਹ ਕਿਤੇ ਨਹੀਂ, ਉਹ ਕਿਤੇ ਇਹੋ ਜਿਹਾ ਨਹੀਂ ਰੈਫਰੈਂਸ ਆਇਆ ਕਿ ਜਿੱਥੇ ਹੋਵੇ ਕਿ ਉੱਥੇ ਐਂ ਪੜ੍ਹਾਇਆ ਜਾਂਦਾ ਸੀ, ਅਸੀਂ ਐਂ ਪੜ੍ਹਾਵਾਂਗੇ। ਜਿਹੜੇ ਸਾਡੇ ਕੋਲੇ ਰੈਫਰੈਂਸ ਆਉਂਦੇ ਆ ਉਹ ਨਾਲੰਦਾ ਤੇ ਤਕਸ਼ਲਾ ਦੇ ਤੇ ਨਹੀਂ ਆਉਂਦੇ, ਪਰ ਸਾਡੇ ਕੋਲੇ ਇਹੋ ਜਿਹੇ ਰੈਫਰੈਂਸ ਜ਼ਰੂਰ ਆਉਂਦੇ ਆ ਕਿ ਵੀ ਜਿਹੜੇ ਪੜ੍ਹਨ ਲਿਖਣ ਦਾ ਜਿਹੜਾ ਕੰਮ ਆ ਉਹ ਖਾਸ ਸ਼੍ਰੇਣੀਆਂ ਤੱਕ ਹੀ ਇਹ ਸੀਮਤ ਰੱਖਣਾ ਚਾਹੀਦਾ। ਇਹ ਸਿਰਫ ਜਿਨ੍ਹਾਂ ਨੂੰ ਸਵਰਨ ਸ਼੍ਰੇਣੀਆਂ ਕਹਿੰਦੇ ਆ, ਜਿਹੜੀਆਂ ਜਨੇਊ ਪਾਉਣ ਦੀਆਂ ਅਧਿਕਾਰੀ ਆ, ਉਹੀ ਕਰ ਸਕਦੀਆਂ। ਜਿਹੜੇ ਬੰਦੇ ਦੂਜੇ ਹੋਣ ਉਹ ਜੇ ਕਿਤੇ ਪੜ੍ਹ ਵੀ ਲੈਣ ਤਾਂ ਉਹਨਾਂ ਦੇ ਕੰਨਾਂ ਦੇ ਵਿੱਚ ਸਿੱਕੇ ਢਾਲ ਕੇ ਪਾ ਦੇਣੀ ਚਾਹੀਦੀ ਹੈ। ਇਹ ਜਿਹੀਆਂ ਕਹਾਣੀਆਂ ਸਾਡੇ ਕੋਲ ਹੈਗੀਆਂ ਕਿ ਜਿਹੜਾ ਹੁਣ ਵੀ ਡਿਫੈਂਸ ਸਟੱਡੀ ਦਾ ਸਾਡੇ ਮਹਿਕਮਾ ਹੈਗਾ, ਹੁਣ ਵੀ ਮਤਲਬ ਕਿ ਅਸੀਂ ਆਰਚਰੀ ਦੀਆਂ ਸਾਡੀਆਂ ਟੀਮਾਂ ਬਾਹਰ ਜਾਂਦੀਆਂ। ਤਾਂ ਦੂਜਾ ਇਹ ਸੀਗਾ ਕਿ ਸਾਡੇ ਕੋਲ ਇੱਕ ਕਥਾ ਇਹ ਆਉਂਦੀ ਆ ਕਿ ਜੇ ਸ਼ੂਦਰ ਪੁੱਤਰ ਕਿਤੇ ਗੁਰੂ ਦੀ ਪ੍ਰਤਿਮਾ ਬਣਾ ਕੇ ਵੀ ਇੰਟਰਨੈਟ ਰਾਹੀਂ ਉਹਦੇ ਲੈਕਚਰ ਸੁਣ ਕੇ ਵੀ ਜੇ ਉਹਨੂੰ ਗੁਰੂ ਧਾਰ ਲੇ ਤਾਂ ਵੀ ਉਹਦਾ ਅੰਗੂਠਾ ਕੱਟ ਲੈਣਾ। ਇਹ ਦੋ ਸਾਡੇ ਕੋਲ ਉਦਾਹਰਨਾਂ ਮਿਲਦੀਆਂ ਹੈਗੀਆਂ ਕਿ ਕੰਨਾਂ 'ਚ ਸਿੱਕੇ ਢਾਲ ਕੇ ਪਾ ਦਿਓ ਤੇ ਮਾ ਕੇ ਉਹਦਾ ਅੰਗੂਠਾ ਕੱਟ ਲਓ। ਇਹਦਾ ਮਤਲਬ ਇਹ ਕਿ ਜਿਹੜੀ ਸਾਡੀ ਪਰੰਪਰਾ ਹੈ, ਮੈਨੂੰ ਨਹੀਂ ਪਤਾ ਨਾਲੰਦਾ ਜਾਂ ਤਕਸ਼ਲਾ ਦੇ ਵਿੱਚ ਕੀ ਹੁੰਦਾ, ਕਿਉਂਕਿ ਉਹਦਾ ਤਾਂ ਮਾਡਲ ਸਾਡੇ ਕੋਲ ਹੈ ਹੀ ਨਹੀਂ। ਜਿਹੜੀਆਂ ਸਾਡੇ ਕੋਲ ਦੋ ਕਹਾਣੀਆਂ ਆਉਂਦੀਆਂ, ਇਹ ਦੋਨਾਂ ਕਹਾਣੀਆਂ ਦੇ ਵਿੱਚ ਤਾਂ ਸਾਡੇ ਕੋਲ ਇਹੀ ਆਉਂਦਾ ਕਿ ਭਾਈ ਜਿਹੜੀ ਪੁਰਾਣੀ ਸਾਡੀ ਸਿੱਖਿਆ ਸੀਗੀ, ਉਹ ਸਿੱਖਿਆ ਜਿਹੜੀ ਉਹ ਕਾਸਟ ਬੇਸ 'ਤੇ ਸਿੱਖਿਆ ਸੀਗੀ। ਉੱਚ ਸ਼੍ਰੇਣੀਆਂ ਲਈ ਸਿੱਖਿਆ ਹੋਰ ਸੀ ਤੇ ਗਰੀਬ ਸ਼੍ਰੇਣੀਆਂ ਲਈ ਸਿੱਖਿਆ ਹੋਰ ਸੀ, ਔਰਤਾਂ ਲਈ ਸਿੱਖਿਆ ਹੋਰ ਸੀ ਤੇ ਮਰਦਾਂ ਲਈ ਸਿੱਖਿਆ ਹੋਰ ਸੀ। ਕੀ ਅਸੀਂ ਉਹਨਾਂ ਪਰੰਪਰਾਵਾਂ ਦਾ ਪੁਨਰ ਉਥਾਨ ਕਰਨਾ ਚਾਹੁੰਦੇ ਹਾਂ? ਇੱਕ ਤਾਂ ਇਹ ਗੱਲ ਦੀ ਮੈਨੂੰ ਸਮਝ ਨਹੀਂ ਲੱਗੀ ਕਿ ਉਹਦੇ ਵਿੱਚ ਵਾਰ-ਵਾਰ ਇਹ ਸ਼ਬਦ ਆਉਂਦਾ। ਮੈਂ ਦੇਖਦਾ ਸੀ, ਮੈਂ ਕਿਹਾ ਮੇਰਾ ਇਸ ਫੀਲਡ ਦੇ ਵਿੱਚ ਹੈ ਨਹੀਂ ਕੰਮ ਕਿ ਜਿਹੜਾ ਐਂਸ਼ੀਐਂਟ ਹਿਸਟਰੀ ਹੈਗੀ ਆ ਮੈਂ ਉਹ ਬਹੁਤੀ ਪੜ੍ਹੀ ਨਹੀਂ, ਖਾਸ ਕਰਕੇ ਜਿਹੜੀਆਂ ਬੋਧੀ ਪਰੰਪਰਾਵਾਂ ਉਹ ਨਹੀਂ ਪੜ੍ਹੀਆਂ ਨਾਲੰਦਾ ਤੇ ਤਕਸ਼ਲਾ ਨੂੰ, ਕਿਉਂਕਿ ਉਹਦੇ ਨਾਲ ਹੀ ਜੋੜਿਆ ਜਾਂਦਾ ਤੇ ਮੇਰੇ ਕੋਲ ਉਹਦੇ ਬਾਰੇ ਹੈ ਨਹੀਂ ਬਹੁਤੀ ਜਾਣਕਾਰੀ। ਇਸ ਕਰਕੇ ਮੈਨੂੰ ਐਂ ਸੀ ਵੀ ਸ਼ਾਇਦ ਇਸ ਰਚਨਾ 'ਚੋਂ, ਇਸ ਡਰਾਫਟ 'ਚੋਂ ਮੈਨੂੰ ਕੁਝ ਉਹ ਗੱਲਾਂ ਮਿਲ ਜਾਣ ਕਿ ਜਿਹਦੇ ਨਾਲ ਮੈਂ ਜਾਣ ਸਕਾਂ ਕਿ ਉੱਥੇ ਪੜ੍ਹਾਉਣ ਦਾ ਕੀ ਢੰਗ ਸੀਗਾ। ਜਿਹੜੀਆਂ ਇਹ ਦੋ ਕਥਾਵਾਂ ਮੇਰੇ ਕੋਲ ਪਹੁੰਚੀਆਂ ਉਹ ਐਜੂਕੇਸ਼ਨ, ਇੰਡੀਅਨ ਐਜੂਕੇਸ਼ਨ, ਐਂਸ਼ੀਐਂਟ ਇੰਡੀਅਨ ਐਜੂਕੇਸ਼ਨ ਸਿਸਟਮ ਨਾਲ ਹੀ ਸੰਬੰਧਿਤ ਆ। ਉਹ ਦੋਨੇ ਹੀ ਮੈਨੂੰ ਨਹੀਂ ਪ੍ਰਵਾਨ, ਮੈਨੂੰ ਠੀਕ ਨਹੀਂ ਲੱਗਦੀਆਂ। ਜੇ ਤੁਹਾਨੂੰ ਠੀਕ ਲੱਗਦੀਆਂ ਹੱਥ ਖੜੇ ਕਰ ਦਿਓ ਕਿ ਹਾਂ ਮਾ ਕੇ ਜੇ ਸ਼ੂਦਰ ਬੱਚਾ ਪੜ੍ਹੇ ਤਾਂ ਉਹਦਾ ਅੰਗੂਠਾ ਕੱਟ ਦਿਓ ਜਾਂ ਉਹਦੇ ਕੰਨ ਵਿੱਚ ਸਿੱਕੇ ਢਾਲ ਕੇ ਪਾ ਦਿਓ। ਜੇ ਕਿਸੇ ਨੂੰ ਇਹ ਪ੍ਰਵਾਨ ਆ ਤਾਂ ਮੈਨੂੰ ਲੱਗਦਾ ਕਿ ਉਹ ਮਾਡਲ ਸਾਡਾ ਠੀਕ ਹੈ। ਇਹਦੇ ਵਿੱਚ ਇੱਕ ਹੋਰ ਗੱਲ ਆ ਜਿਹੜੀ ਬੜੀ ਲੁਕਵੇਂ ਰੂਪ ਦੇ ਵਿੱਚ ਆ ਰਹੀ ਆ, ਉਹ ਇਹ ਆ ਰਹੀ ਆ ਕਿ ਜਿਹੜੀ ਸਕੂਲ ਐਜੂਕੇਸ਼ਨ ਆ, ਸਕੂਲ ਐਜੂਕੇਸ਼ਨ ਵਿੱਚ ਇੱਕ ਬੜੀ ਲੁਕਵੀਂ ਜਿਹੀ ਗੱਲ ਹੈਗੀ ਆ।
ਕਿ ਸਰਕਾਰ ਜਿਹੜਾ ਸਾਡਾ ਟ੍ਰੈਡੀਸ਼ਨਲ ਢੰਗ ਆ ਉਹਨੂੰ ਵੀ ਫਾਰਮਲ ਢੰਗ ਦੇ ਵਿੱਚ ਲੈ ਆਊਗੀ। ਉਹਦੇ ਵਿੱਚ ਉਹ ਕਹਿੰਦੇ ਕਿ ਜਿਵੇਂ ਪੁਰਾਣੀਆਂ ਧਰਮਸ਼ਾਲਾਵਾਂ, ਮੱਠ, ਆਸ਼ਰਮ ਤੇ ਮਦਰਸੇ ਵੀ ਉੱਥੋਂ ਐਂ ਲੱਗਦਾ ਵੀ ਹਾਂ ਵਧੀਆ ਪੜ੍ਹਨਾ ਹੀ ਆ ਬੰਦੇ ਨੇ। ਸਰਕਾਰੀ ਸਕੂਲ 'ਚ ਨਾ ਪੜ੍ਹਿਆ ਤਾਂ ਮਦਰਸੇ 'ਚ ਪੜ੍ਹ ਲਿਆ, ਸਰਕਾਰੀ ਸਕੂਲ 'ਚ ਨਾ ਪੜ੍ਹਿਆ ਭਾਈ ਜੀ ਕੋਲੋਂ ਪੜ੍ਹ ਲਿਆ, ਪੰਡਤ ਕੋਲੋਂ ਪੜ੍ਹ ਲਿਆ। ਪੁਰਾਣੇ ਬਜ਼ੁਰਗ ਵੀ ਤਾਂ ਐਂ ਪੜ੍ਹਦੇ ਸੀ। ਹੁਣ ਇਹਦੇ ਵਿੱਚੋਂ ਦੋ ਗੱਲਾਂ ਸਪਸ਼ਟ ਨੇ। ਇੱਕ ਗੱਲ ਬੜੀ ਸਪਸ਼ਟ ਹੈਗੀ ਆ ਕਿ ਇਹਦੇ ਨਾਲ ਸਰਕਾਰ ਆਪਦੀ ਜ਼ਿੰਮੇਵਾਰੀ ਛੱਡ ਕੇ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਉਹ ਹੋਰਨਾਂ ਤੇ ਪਾ ਰਹੀ ਹੈ। ਤੇ ਜਿਹੜੇ ਹੋਰਨਾਂ ਤੇ ਪਾ ਰਹੀ ਆ ਉਹ ਕਿਹਨਾਂ ਤੇ ਪਾ ਰਹੀ ਆ? ਉਹ ਉਹਨਾਂ ਤੇ ਪਾ ਰਹੀ ਆ ਕਿ ਜਿਨ੍ਹਾਂ ਦੇ ਹੱਥ ਕੋਰੀਆਂ ਸਲੇਟਾਂ ਫੜਾਈਆਂ ਜਾ ਰਹੀਆਂ ਕਿ ਉਹ ਪਰੰਪਰਾਵਾਂ ਦੇ ਨਾਂ ਤੇ, ਆਪਣੇ ਸੱਭਿਆਚਾਰ ਦੇ ਨਾਂ ਤੇ ਉਹਨਾਂ ਨੂੰ ਫਿਰਕਾ ਪ੍ਰਸਤ ਬਣਾਉਣਗੇ ਤੇ ਆਪਦੇ ਧਰਮ ਦਾ ਪਾਠ ਪੜ੍ਹਾਉਣਗੇ। ਤਾਂ ਇਹਦੇ ਨਾਲ ਕੀ ਆ ਕਿ ਜਿਹਨੂੰ ਅਸੀਂ ਯੂਨੀਵਰਸਲਾਈਜ਼ ਕਹਿੰਦੇ ਆ, ਜਿਹਨੂੰ ਅਸੀਂ ਸੈਕੂਲਰ ਐਜੂਕੇਸ਼ਨ ਕਹਿੰਦੇ ਆ, ਉਹਦਾ ਭੋਗ ਪਾਇਆ ਜਾ ਰਿਹਾ। ਬਹੁਤ ਇਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਗੱਲਾਂ ਨੇ। ਉਹਨਾਂ ਖਤਰਨਾਕ ਗੱਲਾਂ ਨੂੰ ਅਸੀਂ ਬਹੁਤਾ ਨਹੀਂ ਸਮਝ ਸਕਦੇ। ਕਾਰਨ ਇਹ ਕਿ ਅਸੀਂ ਜਿਹੜੇ ਅਧਿਆਪਕ ਆ ਉਸ ਪੜਾਅ 'ਤੇ ਆ, ਜਾਂ ਤਾਂ ਸਾਨੂੰ ਪੂਰੀ ਤਨਖਾਹ ਮਿਲੀ ਜਾਂਦੀ ਹੈ ਤੇ ਜਾਂ ਅਸੀਂ ਪੈਨਸ਼ਨ ਮਿਲੀ ਜਾਂਦੀ ਹੈ। ਇਹ ਸਭ ਕੁਝ ਤੁਹਾਡੇ ਤੇ ਵਾਪਰਨਾ ਹੈ ਤੇ ਇਸ ਤੋਂ ਬਚਣ ਦਾ ਇੱਕੋ ਇੱਕ ਰਾਹ ਹੈ ਕਿ ਇਹ ਸਾਰੇ ਖਰੜੇ ਨੂੰ ਸਾਰੇ ਤੁਸੀਂ ਪੜ੍ਹੋ, ਆਈਡੀਓਲੋਜੀਕਲੀ ਪੜ੍ਹੋ, ਵਿਚਾਰਧਾਰਕ ਤੌਰ 'ਤੇ ਪੜ੍ਹੋ, ਸਿਆਸੀ ਤੌਰ 'ਤੇ ਪੜ੍ਹੋ, ਆਰਥਿਕ ਤੌਰ 'ਤੇ ਪੜ੍ਹੋ ਤੇ ਸੰਘਰਸ਼ ਕਰੋ। ਉਸ ਤੋਂ ਬਗੈਰ ਕੋਈ ਰਾਹ ਨਹੀਂ। ਸ਼ੁਕਰੀਆ।